ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਤੇ ਠੀਕ ਠਾਕ ਹੋਵੋਗੇ ਅਤੇ ਤੁਹਾਡੇ ਆਪਣੇ ਸੀਟੈਟ ਜਾਂ ਪੀਐਸਟੈਟ ਦੇ ਐਗਜ਼ਾਮ ਦੀ ਤਿਆਰੀ ਵਧੀਆ ਜਾ ਰਹੀ ਹੋਏਗੀ। ਸੋ ਅੱਜ ਦੀ ਅਸੀਂ ਇਸ ਕਲਾਸ ਦੇ ਵਿੱਚ ਥੋੜਾ ਇੰਗਲਿਸ਼ ਪੈਡਾਗੋਜੀ ਨੂੰ ਕੰਟੀਨਿਊ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਆਪਣੇ 7 ਪਾਰਟ ਇੰਗਲਿਸ਼ ਪੈਡਾਗੋਜੀ ਦੇ ਕਰ ਚੁੱਕੇ ਹਾਂ ਅਤੇ ਇਹ ਸਾਡਾ ਅੱਜ ਦਾ 8ਵਾਂ ਪਾਰਟ ਹੈ ਜੀ। ਸੋ ਆਲਮੋਸਟ ਮੈਂ ਗੱਲ ਕੀਤੀ ਸੀ ਕਿ ਜੋ ਬੇਸਿਕ ਥਿਊਰੀ ਵਾਲਾ ਪਾਰਟ ਹੈ ਆਪਾਂ 10 ਵੀਡੀਓ ਦੇ ਵਿੱਚ ਕਵਰ ਕਰ ਦਿਆਂਗੇ। ਸੋ ਅਗਰ ਇਹ 8ਵਾਂ ਪਾਰਟ ਹੈ, ਬਸ 2 ਵੀਡੀਓ ਹੋਰ, ਉਸ ਤੋਂ ਬਾਅਦ ਆਪਣਾ ਜੋ ਥਿਊਰੀ ਵਾਲਾ ਇੰਗਲਿਸ਼ ਪੈਡਾਗੋਜੀ ਦਾ ਸਿਲੇਬਸ ਹੈ ਉਹ ਕੰਪਲੀਟ ਹੋ ਜਾਏਗਾ। ਐਂਡ ਲੇਟਰ ਔਨ, ਹਾਲਾਂਕਿ ਐਮਸੀਕਿਊ ਅਸੀਂ ਨਾਲ ਦੀ ਨਾਲ ਹੀ ਲਾ ਰਹੇ ਹਾਂ, ਐਂਡ ਲੇਟਰ ਔਨ ਅਸੀਂ ਐਮਸੀਕਿਊ ਵੀ ਇੰਗਲਿਸ਼ ਪੈਡਾਗੋਜੀ ਦੇ ਸਪੈਸ਼ਲੀ ਕਵਰ ਕਰਾਂਗੇ, ਕਿਉਂਕਿ ਮੈਂ ਹਮੇਸ਼ਾ ਇਹ ਮੰਨਦਾ ਕਿ ਅਗਰ ਤੁਸੀਂ ਪੇਪਰ ਤਾਂ ਕਲੀਅਰ ਕਰਨਾ ਹੀ ਹੈ, ਨਾਲ ਅਗਰ ਤੁਸੀਂ ਚਾਹੁੰਦੇ ਹੋ ਕਿ ਇੰਗਲਿਸ਼ ਦੇ ਵਿੱਚੋਂ ਜਾਂ ਆਪਣਾ ਟੋਟਲ ਪੀਐਸਟੈਟ ਦੇ ਵਿੱਚੋਂ ਤੁਸੀਂ 100+ ਸਕੋਰ ਲਓ, ਤਾਂ ਉਹਦੇ ਲਈ ਇੰਗਲਿਸ਼ ਪੈਡਾਗੋਜੀ ਇੱਕ ਬੜਾ ਹੀ ਇੰਪੋਰਟੈਂਟ ਰੋਲ ਜਿਹੜਾ ਹੈਗਾ ਉਹ ਪਲੇ ਕਰਦੀ ਹੈ। ਸੋ ਅਗਰ ਤੁਸੀਂ ਪਹਿਲਾਂ ਵਾਲੇ 7 ਪਾਰਟ ਨਹੀਂ ਦੇਖੇ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਜਾਂ ਵੀਡੀਓਜ਼ ਦਾ ਲਿੰਕ ਆ ਰਿਹਾ ਹੋਗਾ, ਤੁਸੀਂ ਦੇਖ ਸਕਦੇ ਹੋ। ਸਿਮਿਲਰਲੀ ਇਸ ਦੇ ਪੈਰਲਰ ਆਪਣੇ ਇਸ ਚੈਨਲ ਦੇ ਉੱਪਰ ਕਾਫੀ ਕੁਝ ਕੰਟੀਨਿਊ ਹੈ। ਜਿਸ ਤਰੀਕੇ ਨਾਲ ਸੀਡੀਪੀ ਆਪਣੀ ਕੰਪਲੀਟ ਹੋ ਚੁੱਕੀ ਹੈ 38 ਵੀਡੀਓਜ਼ ਦੇ ਵਿੱਚ, ਹੁਣ ਤੱਕ 40 ਵੀਡੀਓਜ਼ ਹੋ ਚੁੱਕੀਆਂ ਨੇ, ਬਾਕੀ ਪਿਓਰਲੀ ਐਮਸੀਕਿਊ ਨੇ। ਇਸ ਦੇ ਇਲਾਵਾ ਈਵੀਐਸ ਵੀ ਇਸ ਚੈਨਲ ਤੇ ਕੰਟੀਨਿਊ ਹੈ, ਜਿਸ ਦੀਆਂ ਹੁਣ ਤੱਕ ਆਪਣੀਆਂ 12 ਵੀਡੀਓਜ਼ ਹੋ ਚੁੱਕੀਆਂ ਨੇ। ਸੋ ਹਾਫ ਤੋਂ ਜ਼ਿਆਦਾ ਸਿਲੇਬਸ ਆਪਣਾ ਕਵਰ ਹੈ ਈਵੀਐਸ ਦਾ। ਸਿਮਿਲਰਲੀ ਮੈਥ ਦੀਆਂ ਵੀ ਆਪਣੀਆਂ ਟੋਟਲ 12 ਵੀਡੀਓਜ਼ ਹੋ ਚੁੱਕੀਆਂ ਨੇ। ਸੋ ਆਹ ਵਾਲੀ ਚੀਜ਼ ਆਪਣੀ ਪੇਪਰ 1 ਦੇ ਲਈ ਹੈ, ਈਵੀਐਸ ਐਂਡ ਮੈਥ। ਚਾਹੇ ਤੁਸੀਂ ਸੀਟੈਟ ਜਾਂ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ, ਤਾਂ ਪ੍ਰੋਪਰ ਇਹਦੇ ਵਿੱਚ ਪੂਰਾ ਸਿਲੇਬਸ ਦੇ ਅਕੋਰਡਿੰਗ ਕੋਈ ਵੀ ਕੰਸੈਪਟ ਨਹੀਂ ਛੱਡਿਆ ਹੋਇਆ, ਪ੍ਰੋਪਰ ਐਕਸਪਲੇਨ ਕੀਤਾ ਜਾਏਗਾ। ਚਲੋ ਜੀ, ਸਟਾਰਟ ਕਰਦੇ ਹਾਂ ਆਪਣੀ ਵੀਡੀਓ ਇੰਗਲਿਸ਼ ਪੈਡਾਗੋਜੀ ਦੀ। ਹਾਲਾਂਕਿ ਸਾਰੇ ਇੰਪੋਰਟੈਂਟ ਟੌਪਿਕ ਆਪਾਂ ਕਵਰ ਕਰ ਚੁੱਕੇ ਹਾਂ, ਪਰ ਫਿਰ ਵੀ ਕੁਝ ਰੈਂਡਮ ਟੌਪਿਕ ਰਹਿ ਜਾਂਦੇ ਨੇ, ਉਹਨਾਂ ਨੂੰ ਆਪਾਂ ਕਵਰ ਕਰਾਂਗੇ। ਉਹਨਾਂ ਦੇ ਵਿੱਚ ਇੱਕ ਟੌਪਿਕ ਹੈ ਜੀ 3 ਲੈਂਗੁਏਜ ਫਾਰਮੂਲਾ, ਬੜਾ ਇੰਪੋਰਟੈਂਟ ਹੈ। ਆਪਾਂ ਨੂੰ ਪਤਾ ਕਿ ਆਪਣੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਜਿਹੜੀਆਂ ਲੈਂਗੁਏਜ ਬੋਲੀਆਂ ਜਾਂਦੀਆਂ ਨੇ, ਅਪਰੋਕਸੀਮੇਟ 22 ਆ ਗਈਆਂ, ਤਾਂ 22 ਭਾਸ਼ਾਵਾਂ ਹੋ ਗਈਆਂ ਟੋਟਲ। ਤਾਂ ਦੇਖੋ, ਇਹਦਾ ਮਤਲਬ ਭਾਸ਼ਾ ਸੰਬੰਧੀ ਬਹੁਤ ਸਾਰੀ ਵਿਭਿੰਨਤਾ ਜਿਹੜੀ ਹੈਗੀ ਉਹ ਪਾਈ ਜਾਂਦੀ ਹੈ ਦੇਸ਼ ਦੇ ਵਿੱਚ। ਸੋ ਸਕੂਲਿੰਗ ਲੈਵਲ ਤੇ ਬੱਚੇ ਨੂੰ ਕਿਸ ਤਰ੍ਹਾਂ ਜਿਹੜੇ ਲੈਂਗੁਏਜ ਨੇ ਉਹ ਦਿੱਤੀਆਂ ਜਾਣ, ਠੀਕ ਹੈ, ਉਹਦੇ ਸੰਬੰਧੀ ਇਹ ਫਾਰਮੂਲਾ ਆਇਆ 3 ਲੈਂਗੁਏਜ ਫਾਰਮੂਲਾ। ਇਹਦਾ ਜੋ ਮੇਨ ਪਰਪਸ ਸੀਗਾ ਇਸ ਫਾਰਮੂਲੇ ਨੂੰ ਲੈ ਕੇ ਆਉਣ ਦਾ, ਉਹ ਇਹ ਸੀਗਾ ਜੀ ਕਿ ਮਲਟੀ, ਜਿਵੇਂ ਪਹਿਲਾਂ ਬਾਈਲਿੰਗੁਅਲ ਹੋ ਗਿਆ, ਸੋ ਮਲਟੀ ਲਿੰਗੁਅਲਿਜ਼ਮ ਪੈਦਾ ਕਰਨਾ ਇੱਕ ਤਰੀਕੇ ਨਾਲ। ਮੈਂ ਇੱਥੇ ਲਿਖ ਰਿਹਾ, ਬੜਾ ਇੰਪੋਰਟੈਂਟ ਸ਼ਬਦ ਹੈ ਮਲਟੀਲਿੰਗੁਅਲਿਜ਼ਮ। ਮਲਟੀਲਿੰਗੁਅਲਿਜ਼ਮ ਦਾ ਮਤਲਬ ਇਹ ਹੋ ਗਿਆ ਜੀ ਕਿ ਬਹੁ-ਭਾਸ਼ਾਵੀ, ਹੈ ਨਾ, ਕਿ ਬਹੁਤ ਸਾਰੀਆਂ ਭਾਸ਼ਾ ਹੋਣ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਵੇਂ ਇਹ ਇੰਡੀਆ ਦਾ ਮੈਪ ਹੈ, ਦੇਖ ਸਕਦੇ ਹੋ, ਤਾਂ ਨੀਚੇ ਦੇਖੋ ਬਿਲਕੁਲ ਤਾਮਿਲ, ਹਾਲਾਂਕਿ ਤਾਮਿਲਨਾਡੂ ਨੇ ਇਹਦਾ ਕਾਫੀ ਵਿਰੋਧ ਕੀਤਾ ਸੀਗਾ, ਸੋ ਉਹ ਚੀਜ਼ਾਂ ਦੇ ਵਿੱਚ ਆਪਾਂ ਜ਼ਿਆਦਾ ਨਹੀਂ ਜਾਵਾਂਗੇ। ਸੋ ਇਹ ਇੰਡੀਆ ਦੇ ਨਕਸ਼ੇ ਦੇ ਵਿੱਚ, ਮੈਪ ਦੇ ਵਿੱਚ ਕਹਿ ਲਓ ਮੈਂ, ਵੱਖ-ਵੱਖ ਭਾਸ਼ਾਵਾਂ ਬੋਲੀਆਂ ਗਈਆਂ ਨੇ। ਸੋ ਉਹ ਵਾਲੇ ਖੇਤਰ ਦੇ ਅਕੋਰਡਿੰਗ ਦੇਖੋ ਕਿੰਨੀਆਂ ਭਾਸ਼ਾਵਾਂ ਨੇ। ਜੋ ਇਹ ਵਾਲਾ ਯੈਲੋ ਵਾਲਾ ਪੋਰਸ਼ਨ ਹੈ, ਇਹ ਵਾਲਾ ਪੋਰਸ਼ਨ ਹੈ, ਇੱਥੇ ਹਿੰਦੀ ਬੋਲੀ ਜਾਂਦੀ ਹੈ। ਸਿਮਿਲਰਲੀ ਦੇਖੋ ਇੱਥੇ ਆਪਣਾ ਪੰਜਾਬ ਹੈ ਤਾਂ ਪੰਜਾਬੀ ਆ ਗਈ ਜੀ। ਸੋ ਇੱਥੇ ਗੁਜਰਾਤ ਹੈ ਤਾਂ ਗੁਜਰਾਤੀ ਆ ਗਈ। ਸੋ ਬਹੁਤ ਸਾਰੀਆਂ ਜਿਹੜੀਆਂ ਭਾਸ਼ਾਵਾਂ ਨੇ, ਲੈਂਗੁਏਜ ਨੇ, ਉਹ ਵਰਤੀਆਂ ਜਾਂਦੀਆਂ ਨੇ ਕਿ ਇੱਕ ਦੂਜੇ ਨੂੰ, ਮਤਲਬ ਜੋ ਕਮਿਊਨੀਕੇਸ਼ਨ ਹੈ, ਠੀਕ ਹੈ, ਇੱਕ ਦੂਜੇ ਨੂੰ ਜਿਹੜੀ ਗੱਲ ਹੈ ਉਹ ਸਮਝ ਆ ਜੀ ਆਪਸ ਦੇ ਵਿੱਚ। ਸੋ ਉਹਦੇ ਲਈ ਇਹ ਜਿਹੜਾ ਫਾਰਮੂਲਾ ਹੈ ਉਹ ਡਿਜ਼ਾਈਨ ਕੀਤਾ ਗਿਆ ਗਾ। ਸੋ ਇਹਦਾ ਮੇਨ ਪਰਪਸ ਹੋ ਗਿਆ ਜੀ ਮਲਟੀ ਲਿੰਗੁਅਲਿਜ਼ਮ ਨੂੰ ਪ੍ਰਮੋਟ ਕਰਨਾ, ਠੀਕ ਹੈ, ਬਹੁ ਭਾਸ਼ਾਵੀ। ਇਦਾਂ ਵੀ ਯਾਦ ਕਰ ਸਕਦੇ ਹੋ, ਪੰਜਾਬੀ ਦੇ ਵਿੱਚ ਵੀ ਲਿਖ ਸਕਦੇ ਹੋ। ਸੋ ਇਹਦਾ ਮੇਨ ਮਕਸਦ ਸੀ ਉਹਨੇ ਇਹਦੇ ਵਿੱਚ ਹੈ ਕੀ ਹੈ। ਦੇਖੋ ਨਾਮ 'ਚ ਹੀ ਪਤਾ ਲੱਗੀ ਜਾਂਦਾ ਕਿ 3 ਲੈਂਗੁਏਜ ਮਤਲਬ 3 ਭਾਸ਼ਾਵਾਂ ਦੀ ਗੱਲ ਹੋਊਗੀ। ਸੋ ਸਭ ਤੋਂ ਪਹਿਲਾਂ ਫਸਟ ਲੈਂਗੁਏਜ ਆ ਗਈ, ਹੈ ਨਾ। ਸੋ ਫਸਟ ਲੈਂਗੁਏਜ ਆਪਣੀ ਹਮੇਸ਼ਾ ਕੀ ਹੁੰਦੀ ਹੈ, ਦੇਖੋ ਮਦਰ ਟੰਗ ਹੁੰਦੀ ਹੈ ਜੀ। ਸੋ ਜੋ ਪਹਿਲੀ ਲੈਂਗੁਏਜ ਹੈ, ਕਹਿੰਦਾ ਇਹਦੇ ਅਕੋਰਡਿੰਗ ਉਹ ਕੀ ਹੋਵੇ, ਮਦਰ ਟੰਗ ਹੋਵੇ ਜਾਂ ਰੀਜਨਲ ਲੈਂਗੁਏਜ ਹੋਵੇ। ਰੀਜਨਲ ਲੈਂਗੁਏਜ, ਮਦਰ ਟੰਗ ਦਾ ਮਤਲਬ ਮੇ ਵੀ ਤੁਸੀਂ ਸਾਰੇ ਜਾਣਦੇ ਹੋਵੋਗੇ, ਇਹਨੂੰ ਅਸੀਂ ਮਾਤ ਭਾਸ਼ਾ ਬੋਲਦੇ ਹਾਂ ਜੀ, ਠੀਕ ਹੈ, ਮਾਤ ਭਾਸ਼ਾ, ਮਦਰ ਟੰਗ। ਰੀਜਨਲ ਲੈਂਗੁਏਜ ਤਾਂ ਕਰਕੇ ਵਿੱਚ ਔਰ ਪਾਇਆ, ਮਤਲਬ ਉਸ ਖੇਤਰ ਦੀ ਭਾਸ਼ਾ। ਜਿਸ ਤਰੀਕੇ ਨਾਲ ਹੁਣ ਆਪਾਂ ਸਮਝੀਏ ਤਾਂ ਆਪਣੇ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਹੈਗੀ ਆ ਪੰਜਾਬੀ, ਜਿਹੜੀ ਹੈਗੀ ਆ ਉਹੀ ਮਦਰ ਟੰਗ ਹੈ, ਉਹੀ ਇੱਕ ਤਰ੍ਹਾਂ ਦੀ ਆਪਣੀ ਰੀਜਨਲ ਲੈਂਗੁਏਜ ਵੀ ਆ ਗਈ। ਤਾਂ ਪਹਿਲੀ ਲੈਂਗੁਏਜ ਕਿਹੜੀ ਹੋਵੇ ਜੀ, ਮਤਲਬ ਮਦਰ ਟੰਗ ਹੋਵੇ ਜਾਂ ਰੀਜਨਲ ਲੈਂਗੁਏਜ ਹੋਵੇ, ਜੋ ਕਿ ਪੰਜਾਬੀ ਹੈਗੀ, ਠੀਕ ਹੈ। ਇਸੇ ਤਰੀਕੇ ਨਾਲ ਜਿਹੜਾ ਵੀ ਇਲਾਕਾ ਹੈ, ਜੋ ਵੀ ਉੱਥੇ ਬੋਲੀ ਜਾਂਦੀ ਹੈ, ਤਾਂ ਉਹ ਉਹਨਾਂ ਦੀ ਫਸਟ ਲੈਂਗੁਏਜ ਆ ਜਾਏਗੀ, ਜੋ ਵੀ ਮਦਰ ਟੰਗ ਵਜੋਂ ਵਰਤੀ ਜਾਂਦੀ ਹੈ। ਹੋਪਫੁਲੀ ਇਹ ਤੁਹਾਨੂੰ ਸਮਝ ਆ ਗਿਆ ਹੋਏਗਾ। ਇਸ ਤੋਂ ਇਲਾਵਾ ਸੈਕਿੰਡ ਲੈਂਗੁਏਜ ਕੀ ਹੋਣੀ ਚਾਹੀਦੀ ਹੈ ਜੀ। ਇਹਦੇ ਵਿੱਚ ਪਹਿਲਾਂ ਤਾਂ ਇਹ ਸਪੈਲਿੰਗ ਥੋੜਾ ਜਿਹਾ ਟਾਈਪਿੰਗ ਵੇਲੇ ਮਿਸਟੇਕ ਹੋ ਗਿਆ, ਇਹਨੂੰ ਸਹੀ ਕਰ ਲਓ। ਇੱਥੇ HI ਹੈ ਜੀ, ਠੀਕ ਹੈ, ਹਿੰਦੀ।
HI, ਮੈਂ ਇੱਥੇ ਦੁਬਾਰਾ ਇਹਨੂੰ ਥੋੜਾ ਜਿਹਾ ਹਾਈਲਾਈਟ ਕਰ ਦਿੰਨਾ। ਸੋ ਇਹ ਹਿੰਦੀ ਲਿਖਿਆ ਹੋਇਆ ਇੱਥੇ। ਸੋ ਸੈਕੰਡ ਲੈਂਗੁਏਜ ਨੂੰ ਡਿਸਾਈਡ ਕਰਨ ਲਈ ਆਪਣੇ ਕੋਲੇ ਦੋ ਚੀਜ਼ਾਂ ਨੇ। ਇੱਕ ਤਾਂ ਕੀ ਉਹ ਏਰੀਆ ਹਿੰਦੀ ਸਪੀਕਿੰਗ ਸਟੇਟ ਹੈਗੀ ਹੈ ਜਾਂ ਨਹੀਂ, ਜਾਂ ਨਾਨ ਹਿੰਦੀ ਸਪੀਕਿੰਗ ਸਟੇਟ ਹੈ ਨਾ। ਸਭ ਤੋਂ ਪਹਿਲਾਂ ਇਨ ਹਿੰਦੀ ਸਪੀਕਿੰਗ ਸਟੇਟ ਮਤਲਬ ਉਹ ਵਾਲੇ ਰਾਜ ਜਿਨ੍ਹਾਂ ਦੇ ਵਿੱਚ ਹਿੰਦੀ ਬੋਲੀ ਜਾਂਦੀ ਹੈ, ਜਾਂ ਕਹ ਲਓ ਜਿਨ੍ਹਾਂ ਦੀ ਮਦਰ ਟੰਗ ਹਿੰਦੀ ਹੈ, ਇਦਾਂ ਬੋਲ ਸਕਦੇ ਹੋ। ਤਾਂ ਸੈਕੰਡ ਲੈਂਗੁਏਜ ਕੀ ਹੋ ਸਕਦੀ ਹੈ? ਇਟ ਵਿਲ ਬੀ ਮਾਡਰਨ ਇੰਡੀਅਨ ਲੈਂਗੁਏਜ। ਇਹਨੂੰ ਸ਼ਾਰਟ ਫਾਰਮ ਦੇ ਵਿੱਚ ਮੈਂ ਇਦਾਂ ਲਿਖ ਸਕਦਾ MIL, ਮਾਡਰਨ ਇੰਡੀਅਨ ਲੈਂਗੁਏਜ। ਔਰ ਦੇਖੋ ਅੱਗੇ ਕੀ ਪਾਇਆ, ਔਰ ਇੰਗਲਿਸ਼। ਸੋ ਸੈਕੰਡ ਲੈਂਗੁਏਜ ਉਹ ਵਾਲੇ ਇਲਾਕੇ ਜਿਨ੍ਹਾਂ ਦੇ ਵਿੱਚ ਮਤਲਬ ਫਸਟ ਲੈਂਗੁਏਜ ਜਿਹੜੀ ਆ ਗਈ ਹਿੰਦੀ ਆ ਗਈ, ਠੀਕ ਹੈ। ਹਿੰਦੀ ਸਪੀਕਿੰਗ ਸਟੇਟ ਦੇ ਵਿੱਚ ਮੰਨ ਲਓ ਪਹਿਲੀ ਲੈਂਗੁਏਜ ਹਿੰਦੀ ਆ ਗਈ, ਤਾਂ ਸੈਕੰਡ ਲੈਂਗੁਏਜ ਕੋਈ ਵੀ MIL ਹੋ ਸਕਦੀ ਹੈ, ਮਾਡਰਨ ਇੰਡੀਅਨ ਲੈਂਗੁਏਜ ਹੋ ਸਕਦੀ ਹੈ, ਜਾਂ ਫਿਰ ਇੰਗਲਿਸ਼ ਹੋ ਸਕਦੀ ਹੈ। ਹੁਣ ਮਾਡਰਨ ਇੰਡੀਅਨ ਲੈਂਗੁਏਜ ਬਹੁਤ ਜ਼ਿਆਦਾ ਨੇ ਜੀ, ਅਪਰੋਕਸੀਮੇਟ 22 ਨੇ। ਸੋ ਬਹੁਤ ਜ਼ਿਆਦਾ ਨਕਸ਼ੇ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਹੀ ਨੇ ਟੋਟਲੀ। ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਸਿਲੈਕਟ ਹੋ ਸਕਦੀ ਹੈ। ਨੈਕਸਟ, ਅਗਰ ਕੋਈ ਨਾਨ ਹਿੰਦੀ ਸਪੀਕਿੰਗ ਸਟੇਟ ਹੈ, ਨਾਨ ਹਿੰਦੀ ਸਪੀਕਿੰਗ ਸਟੇਟ, ਜਿਸ ਤਰੀਕੇ ਨਾਲ ਆਪਣਾ ਜੋ ਪੰਜਾਬ ਹੈ ਉਹ ਇੱਕ ਤਰ੍ਹਾਂ ਨਾਲ ਨਾਨ ਹਿੰਦੀ ਸਪੀਕਿੰਗ ਸਟੇਟ ਹੈ, ਠੀਕ ਹੈ ਜੀ। ਆਪਣੀ ਹਿੰਦੀ ਨਹੀਂ ਬੋਲੀ ਜਾਂਦੀ, ਆਪਣੀ ਮਦਰ ਟੰਗ ਪੰਜਾਬੀ ਹੈ। ਤਾਂ ਉੱਥੇ ਸੈਕੰਡ ਲੈਂਗੁਏਜ ਕਿਹੜੀ ਸਿਲੈਕਟ ਕਰਨੀ ਹੈ? ਇਟ ਵਿਲ ਬੀ ਹਿੰਦੀ ਔਰ ਇੰਗਲਿਸ਼। ਤਾਂ ਉੱਥੇ ਆਪਾਂ ਸੈਕੰਡ ਲੈਂਗੁਏਜ ਦੇ ਤੌਰ ਤੇ ਹਿੰਦੀ ਵੀ ਚੂਜ਼ ਕਰ ਸਕਦੇ ਹਾਂ ਅਤੇ ਇੰਗਲਿਸ਼ ਵੀ ਚੂਜ਼ ਕਰ ਸਕਦੇ ਹਾਂ, ਮਤਲਬ ਆਪਸ਼ਨ ਹੈ ਕੋਈ ਵੀ ਕਰ ਸਕਦੇ ਹਾਂ। ਸੋ ਸੈਕੰਡ ਲੈਂਗੁਏਜ ਨੂੰ ਸਿਲੈਕਟ ਕਰਨ ਦਾ ਕੀ ਕ੍ਰਾਈਟੇਰੀਆ ਹੈਗਾ ਕਿ ਉਹ ਰਾਜ ਜਿੱਥੇ ਹਿੰਦੀ ਬੋਲੀ ਜਾਂਦੀ ਹੈ ਉੱਥੇ ਸੈਕੰਡ ਲੈਂਗੁਏਜ ਕਿਹੜੀ ਹੋਊਗੀ? ਜਾਂ ਤਾਂ MIL ਹੋਊਗੀ ਜਾਂ ਫਿਰ ਇੰਗਲਿਸ਼ ਹੋਊਗੀ। ਸਿਮਿਲਰਲੀ ਜਿੱਥੇ ਹਿੰਦੀ ਨਹੀਂ ਬੋਲੀ ਜਾਂਦੀ, ਨਾਨ ਹਿੰਦੀ ਸਪੀਕਿੰਗ ਸਟੇਟ ਨੇ, ਉੱਥੇ ਸੈਕੰਡ ਲੈਂਗੁਏਜ ਕਿਹੜੀ ਹੋਊਗੀ ਜੀ? ਉੱਥੇ ਹਿੰਦੀ ਵੀ ਹੋ ਸਕਦੀ ਹੈ, ਇੰਗਲਿਸ਼ ਵੀ ਹੋ ਸਕਦੀ ਹੈ। ਚਲੋ ਉਦਾਹਰਨ ਦੇ ਤੌਰ ਤੇ ਆਪਾਂ ਮੰਨ ਲਿਆ ਕਿ ਆਪਣੇ ਪੰਜਾਬ ਦੇ ਵਿੱਚ ਫਸਟ ਲੈਂਗੁਏਜ ਪੰਜਾਬੀ ਹੈ, ਸੈਕੰਡ ਲੈਂਗੁਏਜ ਆਪਾਂ ਮੰਨ ਕੇ ਚੱਲਦੇ ਹਾਂ ਚਲੋ ਹਿੰਦੀ ਹੈ, ਠੀਕ ਹੈ। ਇੰਗਲਿਸ਼ ਵੀ ਹੋ ਸਕਦੀ ਹੈ ਕਿਸੇ ਲਈ, ਬਟ ਆਪਾਂ ਮੰਨ ਕੇ ਚੱਲਦੇ ਹਾਂ ਚਲੋ ਹਿੰਦੀ ਹੈਗੀ। ਸੋ ਆਈ ਹੋਪ ਕਿ ਫਸਟ ਲੈਂਗੁਏਜ ਅਤੇ ਸੈਕੰਡ ਲੈਂਗੁਏਜ ਵਾਲਾ ਕੰਸੈਪਟ ਤੁਹਾਨੂੰ ਸਮਝ ਆ ਗਿਆ ਹੋਊਗਾ। ਹਾਲਾਂਕਿ ਸਭ ਤੋਂ ਇੰਪੋਰਟੈਂਟ ਤਾਂ ਆਹੀ ਹੈ ਜੋ ਮੈਂ ਇੱਥੇ ਲਿਖਿਆ ਹੋਇਆ ਜੀ, ਮਲਟੀਲਿੰਗੁਅਲਿਜ਼ਮ ਨੂੰ ਪ੍ਰਮੋਟ ਕਰਨਾ ਥ੍ਰੀ ਲੈਂਗੁਏਜ ਫਾਰਮੂਲਾ ਦਾ ਮੇਨ ਮਕਸਦ ਹੈਗਾ। ਉਸ ਤੋਂ ਬਾਅਦ ਇਹਦੇ ਵਿੱਚ ਲੈਂਗੁਏਜ ਕਿਵੇਂ ਸਿਲੈਕਟ ਕਰਨੀ ਉਹ ਤੁਸੀਂ ਨੋਟ ਕਰ ਲਿਓ। ਹਾਂ, ਇੱਕ ਥੋੜਾ ਜਿਹਾ ਆਪਣਾ ਰਹਿ ਗਿਆ ਸੀਗਾ, ਇੱਕ ਇਹਨੂੰ ਇੰਟਰੋਡਿਊਸ ਕਿਹਨੇ ਕੀਤਾ ਹੈ ਤੁਸੀਂ ਯਾਦ ਰੱਖਣਾ, ਕੋਠਾਰੀ ਕਮਿਸ਼ਨ, ਠੀਕ ਹੈ ਜੀ। ਮੇ ਵੀ ਸਾਰੇ ਤੁਸੀਂ ਇਹਦੇ ਬਾਰੇ ਅਵੇਅਰ ਹੋਵੋਗੇ। ਸੋ ਕੋਠਾਰੀ ਕਮਿਸ਼ਨ ਨੇ 1968 ਦੇ ਵਿੱਚ, ਇੱਥੇ ਲਿਖ ਦਿੰਦੇ ਆ 1968 ਦੇ ਵਿੱਚ, ਜਿਹੜੀ ਆਪਣੀ ਨੈਸ਼ਨਲ ਐਜੂਕੇਸ਼ਨ ਪਾਲਿਸੀ, ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ, ਜਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਇਦਾਂ ਲਿਖ ਲਓ, ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ NPE, ਜਿਹੜੀ 1968 ਦੇ ਵਿੱਚ ਆਪਣੀ ਆਈ ਸੀਗੀ, ਇੰਟਰੋਡਿਊਸ ਹੋਈ ਸੀ। ਸੋ ਮੇਨ ਤੁਸੀਂ ਯਾਦ ਰੱਖਣਾ ਕਿ ਇਹਨੂੰ ਇੰਟਰੋਡਿਊਸ ਕਿਹਨੇ ਕੀਤਾ, ਤਾਂ ਕੋਠਾਰੀ ਕਮਿਸ਼ਨ, ਠੀਕ ਹੈ। ਤੇ ਥੋੜਾ ਜਿਹਾ NPE ਯਾਦ ਕਰ ਲਿਓ, 1968 ਦੇ ਵਿੱਚ ਮਤਲਬ ਇੰਟਰੋਡਿਊਸ ਹੋਇਆ ਸੀ ਕਿ ਥ੍ਰੀ ਲੈਂਗੁਏਜ ਫਾਰਮੂਲਾ। ਉਸ ਤੋਂ ਬਾਅਦ ਇਹਦੀ ਗਰੋਥ ਤਾਂ ਬਹੁਤ ਹੋਈ ਹੈ, ਠੀਕ ਹੈ, ਉਨੀ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਣਾ। ਸੋ ਪਹਿਲੀ ਸਲਾਈਡ ਦੇ ਵਿੱਚ ਜਿੰਨਾ ਕੁ ਮੈਂ ਤੁਹਾਨੂੰ ਦੱਸਤਾ ਇੰਨਾ ਕੁ ਮੋਰ ਦੈਨ ਸਫੀਸ਼ੀਐਂਟ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਥਰਡ ਲੈਂਗੁਏਜ ਕੀ ਹੋਏਗੀ। ਹਾਂਜੀ, ਹੁਣ ਆਪਾਂ ਨੈਕਸਟ ਚੱਲਦੇ ਹਾਂ। ਸੋ ਨੈਕਸਟ ਚੱਲਣ ਤੋਂ ਪਹਿਲਾਂ ਥਰਡ ਲੈਂਗੁਏਜ ਕਿਹੜੀ ਹੋਏਗੀ, ਕਿਉਂਕਿ ਤਿੰਨ ਲੈਂਗੁਏਜ ਫਾਰਮੂਲਾ ਹੈ, ਥ੍ਰੀ ਲੈਂਗੁਏਜ ਫਾਰਮੂਲਾ। ਇੱਕ ਤਾਂ ਨਾ ਪਹਿਲਾਂ ਪਿਛਲੀ ਸਲਾਈਡ ਦੇ ਵਿੱਚ ਮੈਂ ਤੁਹਾਨੂੰ ਲਿਖਿਆ ਸੀਗਾ NPE, ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ, ਜਿੱਥੇ ਆਪਾਂ ਕੋਠਾਰੀ ਕਮਿਸ਼ਨ ਦੀ ਗੱਲ ਕੀਤੀ ਹੈ, ਜਿੱਥੇ ਮੈਂ 1968 ਲਿਖਿਆ ਸੀ ਇਸ ਤਰੀਕੇ ਨਾਲ। ਸੋ ਉਹਨੇ ਵੀ ਥੋੜਾ ਜਿਹਾ ਚੇਂਜ ਕਰ ਲਓ ਜੀ। ਉੱਥੇ ਤੁਸੀਂ, ਇਹ ਹੁੰਦੀ ਹੈ ਜੀ ਨੈਸ਼ਨਲ ਐਜੂਕੇਸ਼ਨ ਪਾਲਿਸੀ, ਠੀਕ ਹੈ, NEP ਕਰ ਲਓ, ਠੀਕ ਹੈ। NPE ਦੀ ਜਗ੍ਹਾ NEP ਕਰ ਲਓ, ਨੈਸ਼ਨਲ ਐਜੂਕੇਸ਼ਨ ਪਾਲਿਸੀ 1968 ਤੇ ਕੋਠਾਰੀ ਕਮਿਸ਼ਨ, ਤੇ ਥੋੜਾ ਥੋੜਾ ਚੇਂਜ ਕਰ ਲਓ ਇੱਥੇ। ਸੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਥਰਡ ਲੈਂਗੁਏਜ ਦੀ। ਸੋ ਥਰਡ ਲੈਂਗੁਏਜ ਕਿਹੜੀ ਹੋ ਸਕਦੀ ਹੈ? ਇਨ ਹਿੰਦੀ ਸਪੀਕਿੰਗ ਸਟੇਟਸ, ਦੁਬਾਰਾ ਫੇਰ ਆ ਗਿਆ ਉਹ ਇਲਾਕੇ ਜਿੱਥੇ ਹਿੰਦੀ ਬੋਲੀ ਜਾਂਦੀ ਹੈ। ਇਟ ਵਿਲ ਬੀ ਅਨਦਰ MIL, ਮਾਡਰਨ ਇੰਡੀਅਨ ਲੈਂਗੁਏਜ ਔਰ ਇੰਗਲਿਸ਼, ਦੇਖੋ ਸੇਮ ਹੀ ਰਹਿਣ ਵਾਲਾ ਇੱਥੇ। ਐਂਡ ਇਨ ਨਾਨ ਹਿੰਦੀ ਸਪੀਕਿੰਗ ਸਟੇਟ, ਜਿੱਥੇ ਹਿੰਦੀ ਨਹੀਂ ਬੋਲੀ ਜਾਂਦੀ, ਜਿਸ ਤਰੀਕੇ ਨਾਲ ਆਪਣਾ ਪੰਜਾਬ ਆ ਗਿਆ, ਇਟ ਵਿਲ ਬੀ ਅਨਦਰ ਮਾਡਰਨ ਇੰਡੀਅਨ ਲੈਂਗੁਏਜ ਔਰ ਇੰਗਲਿਸ਼। ਸੋ ਦੋਨਾਂ ਕਿਤੇ ਬਿਲਕੁਲ ਸੇਮ ਹੈ ਜੀ। ਦੇਖੋ ਧਿਆਨ ਨਾਲ ਇਹ ਹੈ ਕਿ ਜੇ ਤੁਸੀਂ ਫਸਟ ਲੈਂਗੁਏਜ ਤੇ ਸੈਕੰਡ ਲੈਂਗੁਏਜ ਤੁਸੀਂ ਚੂਜ਼ ਕਰ ਲਈ, ਉਸ ਤੋਂ ਬਾਅਦ ਥਰਡ ਲੈਂਗੁਏਜ ਦੇ ਵਿੱਚ ਤੁਹਾਨੂੰ ਕੁਝ ਨਵਾਂ ਲੈਣਾ ਪੈਣਾ, ਤੁਸੀਂ ਉਹਨਾਂ ਦੇ ਵਿੱਚੋਂ ਰਿਪੀਟ ਨਹੀਂ ਕਰ ਸਕਦੇ, ਠੀਕ ਹੈ। ਸੋ ਇਹ ਲਾਈਨ ਨੂੰ ਇੱਕ ਵਾਰ ਤੁਸੀਂ ਰੀਡ ਕਰ ਲੈਣਾ। ਹੁਣ ਆਪਾਂ ਸਿੰਪਲ ਵੇ ਦੇ ਨਾਲ ਸਮਝਦੇ ਹਾਂ। ਜਿਸ ਤਰੀਕੇ ਨਾਲ ਦੇਖੋ ਆਪਣਾ ਜੋ ਪੰਜਾਬ ਆ ਗਿਆ ਜੀ, ਪੰਜਾਬ ਸਟੇਟ ਆ ਗਿਆ, ਉਹ ਨਾਨ ਹਿੰਦੀ ਸਪੀਕਿੰਗ ਸਟੇਟ ਹੈ। ਤਾਂ ਉਹਦੇ ਵਿੱਚ ਆਪਾਂ ਪਹਿਲੀ ਲੈਂਗੁਏਜ ਕੀ ਲਵਾਂਗੇ? ਪੰਜਾਬੀ, ਠੀਕ ਹੈ। ਪਹਿਲੀ ਕੀ ਲਵਾਂਗੇ? ਮਦਰ ਟੰਗ ਜਾਂ ਰੀਜਨਲ ਲੈਂਗੁਏਜ ਕੀ ਲਵਾਂਗੇ? ਪੰਜਾਬੀ, ਠੀਕ ਹੈ ਜੀ। ਨੰਬਰ 2 ਸੈਕੰਡ ਲੈਂਗੁਏਜ ਕੀ ਲਵਾਂਗੇ?
ਤਾਂ ਉਹਦੇ ਲਈ ਆਪਣੇ ਕੋਲੇ ਆਪਸ਼ਨ ਨੇ ਹਿੰਦੀ ਔਰ ਇੰਗਲਿਸ਼ ਦੇ ਵਿੱਚੋਂ। ਸੋ ਬਹੁਤਿਆਂ ਲਈ ਇੰਗਲਿਸ਼, ਬਹੁਤਿਆਂ ਲਈ ਹਿੰਦੀ ਹੋ ਸਕਦੀ ਹੈ। ਲੈਟਸ ਸਪੋਜ਼ ਮੈਂ ਇੱਥੇ ਹਿੰਦੀ ਲਿਖ ਲਈ, ਠੀਕ ਹੈ ਜੀ, ਮੈਂ ਇੱਥੇ ਕੀ ਲਿਖ ਲਈ, ਹਿੰਦੀ ਲਿਖ ਲਈ। ਉਸ ਤੋਂ ਬਾਅਦ ਫਿਰ ਥਰਡ ਲੈਂਗੁਏਜ ਕੀ ਬਚੀ, ਥਰਡ ਲੈਂਗੁਏਜ ਆਪਣੇ ਕੋਲੇ ਬਚੀ MIL ਔਰ ਇੰਗਲਿਸ਼, ਠੀਕ ਹੈ। ਕੋਈ ਵੀ ਹੋਰ ਆਪਾਂ ਕੋਈ ਵੀ ਮਾਡਰਨ ਇੰਡੀਅਨ ਲੈਂਗੁਏਜ ਲੈ ਸਕਦੇ ਹਾਂ, ਤਾਂ ਬਹੁਤ ਸਾਰੀਆਂ ਨੇ, ਲਾਸਟ ਆਪਾਂ ਮੈਪ ਦੇ ਵਿੱਚ ਦੇਖਿਆ। ਮੰਨ ਲਓ ਥਰਡ ਲੈਂਗੁਏਜ ਹੋ ਗਈ ਜੀ ਇੰਗਲਿਸ਼। ਨਾਰਮਲੀ ਦੇਖੋ ਬੱਚਿਆਂ ਕੋਲ, ਆਪਣੇ ਕੋਲ ਸਕੂਲਿੰਗ ਸਿਸਟਮ ਦੀ ਗੱਲ ਕਰੀਏ ਤਾਂ ਆਪਣੇ ਕੋਲ ਇਹੀ ਲੈਂਗੁਏਜ ਹੁੰਦੀਆਂ ਨੇ, +2 ਦੇ ਲੈਵਲ ਦੀ ਗੱਲ ਕਰੀਏ ਮੇਨਲੀ। ਸੋ ਜੋ ਮੇਨ ਮੁੱਢਲੀਆਂ ਜਿਹੜੀਆਂ ਲੈਂਗੁਏਜ ਨੇ ਉਹ ਤਿੰਨ ਹੀ ਨੇ ਆਪਣੇ, ਪੰਜਾਬੀ, ਹਿੰਦੀ ਐਂਡ ਇੰਗਲਿਸ਼। ਸਿਮਿਲਰਲੀ ਅਗਰ ਕੋਈ ਨॉन ਜਿਹੜੀ ਹਿੰਦੀ ਸਪੀਕਿੰਗ ਸਟੇਟ ਹੈ, ਲੈਟਸ ਸਪੋਜ਼ ਕੋਈ ਹਿੰਦੀ ਸਪੀਕਿੰਗ ਸਟੇਟ ਹੈ, ਉੱਥੇ ਪਹਿਲੀ ਲੈਂਗੁਏਜ ਹੋ ਸਕਦੀ ਹੈ ਜੀ ਹਿੰਦੀ ਹੋ ਸਕਦੀ ਹੈ, ਠੀਕ ਹੈ ਜੀ। ਪਹਿਲੀ ਲੈਂਗੁਏਜ ਹਿੰਦੀ ਹੋਗੀ ਕਿਉਂਕਿ ਹਿੰਦੀ ਸਪੀਕਿੰਗ ਸਟੇਟ ਹੈ। ਉਸ ਤੋਂ ਬਾਅਦ ਸੈਕੰਡ ਕੋਈ ਇੰਗਲਿਸ਼ ਹੋ ਸਕਦੀ ਹੈ ਜੀ, ਠੀਕ ਹੈ। ਹਾਲਾਂਕਿ MIL ਵੀ ਹੋ ਸਕਦੀ ਹੈ, ਮਤਲਬ ਮਾਡਰਨ ਇੰਡੀਅਨ ਲੈਂਗੁਏਜ ਕੋਈ ਹੋਰ ਵੀ ਹੋ ਸਕਦੀ ਹੈ। ਲੈਟ ਅਸ ਸਪੋਜ਼ ਕਿ ਉਹ ਇੰਗਲਿਸ਼ ਹੋਗੀ। ਥਰਡ ਲੈਂਗੁਏਜ ਕੋਈ ਹੋਰ ਹੋ ਸਕਦੀ ਹੈ, ਕੋਈ ਵੀ ਐਡਵਾਂਸ ਲੈਂਗੁਏਜ, ਮਾਡਰਨ ਇੰਡੀਅਨ ਲੈਂਗੁਏਜ। ਸੋ ਇਸ ਤਰੀਕੇ ਨਾਲ ਹਿੰਦੀ ਸਪੀਕਿੰਗ ਸਟੇਟ ਦਾ ਕੰਮ ਚੱਲੂਗਾ। ਸਿਮਿਲਰਲੀ ਅਗਰ ਆਪਾਂ ਤਾਮਿਲਨਾਡੂ ਦੀ ਗੱਲ ਕਰੀਏ, ਉਹਨਾਂ ਦੀ ਹੋ ਸਕਦਾ ਮਦਰ ਟੰਗ ਜਿਹੜੀ ਹੈ ਤਾਮਿਲ ਹੋਵੇ, ਤਾਂ ਪਹਿਲੀ ਤਾਮਿਲ ਆ ਗਈ, ਫਿਰ ਹਿੰਦੀ, ਫਿਰ ਇੰਗਲਿਸ਼, ਇਸ ਤਰੀਕੇ ਨਾਲ ਹੋਊਗਾ, ਠੀਕ ਹੈ। ਸੋ ਇਦਾਂ ਇਹ ਪ੍ਰੋਪਰ ਵੇ ਨਾਲ ਜਿਹੜਾ ਚੈਨਲ ਹੈ ਉਹ ਚੱਲਦਾ ਹੈਗਾ। ਸੋ ਤੁਸੀਂ ਦੋ ਤਿੰਨ ਗੱਲਾਂ ਯਾਦ ਰੱਖਣੀਆਂ ਨੇ ਇੱਥੋਂ। ਸਭ ਤੋਂ ਪਹਿਲਾਂ ਇਹਨੂੰ ਕਿਹਨੇ ਇੰਟਰੋਡਿਊਸ ਕੀਤਾ, ਕਦੋਂ ਕੀਤਾ। ਸੈਕੰਡ ਜਿਹੜਾ ਪੁਆਇੰਟ ਤੁਸੀਂ ਯਾਦ ਰੱਖਣਾ ਹੈਗਾ ਕਿ ਇਹਦਾ ਮਕਸਦ ਕੀ ਸੀ। 3 ਲੈਂਗੁਏਜ ਫਾਰਮੂਲਾ ਆਪਾਂ ਨੂੰ ਪੇਪਰ ਦੇ ਵਿੱਚ ਵੀ ਕੁਐਸਚਨ ਆਇਆ ਹੋਇਆ ਕਿ ਇਹਦਾ ਮਕਸਦ ਕੀ ਸੀ, ਟੂ ਪ੍ਰਮੋਟ ਦਾ ਮਲਟੀਲਿੰਗੁਅਲਿਜ਼ਮ, ਠੀਕ ਹੈ ਜੀ। ਬਹੁਪਾਸ਼ਾਈ ਜਿਹੜਾ ਹੈਗਾ ਉਹਦਾ ਪ੍ਰਮੋਸ਼ਨ ਕਰਨਾ, ਪ੍ਰਮੋਟ ਕਰਨਾ ਉਹਨੂੰ, ਬਹੁ ਭਾਸ਼ਾਵਾਂ ਨੂੰ, ਬਹੁਤੀਆਂ ਭਾਸ਼ਾਵਾਂ ਨੂੰ ਪ੍ਰਮੋਟ ਕਰਨਾ, ਇਦਾਂ ਕਹਿ ਲਓ। ਐਂਡ ਥਰਡ ਇਹਦੇ ਵਿੱਚ ਕੀ ਕੀ ਕ੍ਰਾਈਟੇਰੀਆ, ਪਹਿਲੀ ਲੈਂਗੁਏਜ ਤਾਂ ਹਮੇਸ਼ਾ ਮਦਰ ਟੰਗ ਜਾਂ ਰੀਜਨਲ ਹੋਏਗੀ। ਸੈਕੰਡ ਤੇ ਥਰਡ ਤੁਸੀਂ ਯਾਦ ਰੱਖਣਾ, ਥਰਡ ਦਾ ਕ੍ਰਾਈਟੇਰੀਆ ਜਿਹੜਾ ਹੈਗਾ ਉਹ ਦੋਵਾਂ ਲਈ ਸੇਮ ਹੈ, ਚਾਹੇ ਹਿੰਦੀ ਸਪੀਕਿੰਗ ਸਟੇਟ ਹੈ ਚਾਹੇ ਨਾਨ ਹਿੰਦੀ, ਜਿਵੇਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ। ਬਟ ਸੈਕੰਡ ਦੇ ਵਿੱਚ ਥੋੜਾ ਜਿਹਾ ਚੇਂਜ ਹੈ ਜੀ, ਠੀਕ ਹੈ। ਸੈਕੰਡ ਦੇ ਵਿੱਚ ਥੋੜਾ ਜਿਹਾ ਚੇਂਜ ਹੈ, ਉੱਥੇ ਹਿੰਦੀ ਸਪੀਕਿੰਗ ਸਟੇਟ ਲਈ ਕੀ ਸੀਗਾ, MIL ਔਰ ਇੰਗਲਿਸ਼, ਤੇ ਨਾਨ ਹਿੰਦੀ ਸਪੀਕਿੰਗ ਸਟੇਟ ਲਈ ਕੀ ਸੀਗਾ, ਉੱਥੇ ਇੰਗਲਿਸ਼ ਔਰ ਹਿੰਦੀ, ਠੀਕ ਹੈ। ਥੋੜਾ ਜਿਹਾ ਤੁਸੀਂ ਰਿਮੈਂਬਰ ਕਰ ਲੈਣਾ। ਇਸ ਤੋਂ ਬਾਅਦ ਇੱਕ ਬੜਾ ਇੰਪੋਰਟੈਂਟ ਕੰਸੈਪਟ ਸਾਡੇ ਸਾਹਮਣੇ ਖੜਾ ਹੋ ਜਾਂਦਾ ਹੈ ਕਿ ਨੈਸ਼ਨਲ ਲੈਂਗੁਏਜ ਆਫ ਇੰਡੀਆ, ਠੀਕ ਹੈ ਜੀ। ਜਿਵੇਂ ਆਪਣੀ ਕੋਈ ਇੰਡੀਆ ਦੀ ਕੋਈ ਨੈਸ਼ਨਲ ਖੇਡ ਪੁੱਛ ਲਈ, ਸਿਮਿਲਰਲੀ ਨੈਸ਼ਨਲ ਲੈਂਗੁਏਜ ਪੁੱਛੀ ਜਾ ਸਕਦੀ ਹੈ, ਆਫੀਸ਼ੀਅਲ ਲੈਂਗੁਏਜ ਪੁੱਛੀ ਜਾ ਸਕਦੀ ਹੈ। ਇੱਥੇ ਕਾਫੀ ਵਿਵਾਦ ਖੜਾ ਹੁੰਦਾ ਹੈ, ਇਹਨੂੰ ਧਿਆਨ ਨਾਲ ਸੁਣਨਾ ਹੈਗਾ ਹੁਣ। ਕਈ ਵਾਰ ਸਾਨੂੰ ਲੱਗਦਾ ਕਿ ਜੋ ਹਿੰਦੀ ਹੈ ਜੀ ਉਹ ਆਪਣੀ ਨੈਸ਼ਨਲ ਲੈਂਗੁਏਜ ਹੈ ਨਾ, ਬਟ ਇਦਾਂ ਨਹੀਂ ਹੈਗਾ। ਇੱਥੇ ਯਾਦ ਕਰ ਲਿਓ, ਇੱਥੇ ਮੈਂ ਲਾ ਦਿੰਦਾ ਡੈਸ਼ ਦਾ ਨਿਸ਼ਾਨ। ਮਤਲਬ ਅਗਰ ਤੁਹਾਨੂੰ ਪੇਪਰ ਦੇ ਵਿੱਚ ਨੈਸ਼ਨਲ ਲੈਂਗੁਏਜ ਪੁੱਛੀ ਜਾਵੇ ਤਾਂ ਕੋਈ ਪ੍ਰੋਪਰ ਹੈ ਹੀ ਨਹੀਂ। ਹੁਣ ਬਹੁਤੇ ਹੋ ਸਕਦੇ ਤੁਹਾਡੇ ਵਿੱਚੋਂ ਕਮੈਂਟ ਕਰਨ, ਤਾਂ ਤੁਸੀਂ ਖੁਦ ਵੀ ਸਰਚ ਕਰ ਸਕਦੇ ਹੋ ਕਿ ਨੈਸ਼ਨਲ ਲੈਂਗੁਏਜ ਮਤਲਬ ਹੈ ਹੀ ਨਹੀਂ ਕੋਈ, ਇਦਾਂ ਮੰਨ ਕੇ ਚੱਲੋ। ਕਿਉਂਕਿ ਜੇ ਹਿੰਦੀ ਬਣਾਈ ਜਾਂਦੀ ਹੈ ਤਾਂ ਹੋ ਸਕਦਾ ਬਾਕੀ ਸਪੀਕਿੰਗ ਸਟੇਟ ਜਿੱਥੇ ਤਾਮਿਲ ਜਾਂ ਪੰਜਾਬੀ ਬੋਲੀ ਜਾਂਦੀ ਹੈ ਜਾਂ ਹੋਰ ਲੈਂਗੁਏਜ ਬੋਲੀਆਂ ਜਾਂਦੀਆਂ ਨੇ, ਫਿਰ ਉੱਥੋਂ ਇਹ ਕੁਐਸਚਨ ਖੜਾ ਹੋ ਜਾਂਦਾ ਕਿ ਉਹ ਵਾਲੀਆਂ ਲੈਂਗੁਏਜ ਕਿਉਂ ਨਹੀਂ ਬਣ ਸਕਦੀਆਂ। ਸੋ ਮੀਨ ਟੂ ਸੇ ਕਿ ਨੈਸ਼ਨਲ ਲੈਂਗੁਏਜ ਤੇ ਮੈਂ ਡੈਸ਼ ਹੀ ਪਾਤਾ। ਨੈਕਸਟ ਦੇਖੋ ਹੁਣ ਅਫੀਸ਼ੀਅਲ ਲੈਂਗੁਏਜ ਕਿਹੜੀ ਹੈ ਜੀ, ਅਫੀਸ਼ੀਅਲ ਲੈਂਗੁਏਜ ਆਫ ਇੰਡੀਆ, ਮਤਲਬ ਜਿਹਦੇ ਨਾਲ ਜਿਹੜਾ ਹੈਗਾ ਆਪਣੇ ਇੰਡੀਆ ਦੇ ਮਤਲਬ ਪ੍ਰੋਪਰ ਵੇ ਨਾਲ ਆਫਿਸ ਵਰਕ ਹੁੰਦਾ ਹੈ, ਇਦਾਂ ਬੋਲ ਲਓ। ਉਹ ਕਾਦੇ ਵਿੱਚ ਹੈ ਮੇਨਲੀ, ਹੁਣ ਦੇਖੋ ਜਿਵੇਂ ਰਾਜ ਵਾਈਜ਼ ਪੁੱਛ ਲਿਆ ਤਾਂ ਪੰਜਾਬ ਦਾ ਪੰਜਾਬੀ ਦੇ ਵਿੱਚ ਹੁੰਦਾ ਹੈ, ਠੀਕ ਹੈ। ਤਾਮਿਲਨਾਡੂ ਦਾ ਤਾਮਿਲ ਦੇ ਵਿੱਚ ਹੁੰਦਾ। ਸਿਮਿਲਰਲੀ ਅਲੱਗ-ਅਲੱਗ ਸਟੇਟ ਦਾ ਅਲੱਗ-ਅਲੱਗ ਉਹਦੇ ਵਿੱਚ ਹੁੰਦਾ ਹੈਗਾ। ਤਾਮਿਲ ਦੀ ਗੱਲ ਮੈਂ ਬਾਰ-ਬਾਰ ਤਾਂ ਕਰ ਰਿਹਾ ਕਿਉਂਕਿ ਬਹੁਤ ਵਿਵਾਦ ਖੜਾ ਕੀਤਾ ਸੀਗਾ ਤਾਮਿਲਨਾਡੂ ਨੇ ਵੀ 3 ਲੈਂਗੁਏਜ ਫਾਰਮੂਲੇ ਦੇ ਉੱਪਰ, ਤਾਂ ਕਰਕੇ ਉਹਦੀ ਗੱਲ ਮੈਂ ਥੋੜਾ ਜਿਹਾ ਤੁਹਾਡੇ ਦਿਮਾਗ ਦੇ ਵਿੱਚ, ਤਾਂ ਕਿ ਉਹ ਸੈੱਟ ਹੋ ਜੇ। ਹਾਲਾਂਕਿ ਪ੍ਰੋਪਰ ਤੁਸੀਂ ਅਗਰ ਦੇਖਣਾ ਚਾਹੁੰਦੇ ਹੋ ਤਾਂ ਕਿਤੋਂ ਵੀ ਗੂਗਲ ਤੋਂ ਜਾਂ ਕਿਤੋਂ ਵੀ ਰੈਫਰ ਕਰ ਸਕਦੇ ਹੋ, ਇਹਦੇ ਨਾਲ ਆਪਣੀ ਕਲਾਸ ਬਹੁਤ ਲੰਬੀ ਹੋ ਜਾਊਗੀ। ਫਿਲਹਾਲ ਆਪਾਂ ਟੌਪਿਕ ਤੇ ਹੀ ਰਹਿਣੇ ਆ। ਸੋ ਅਫੀਸ਼ੀਅਲ ਲੈਂਗੁਏਜ ਆਫ ਇੰਡੀਆ, ਸੋ ਇੰਡੀਆ ਦੀ ਪੁੱਛੀ ਗਈ ਹੈ, ਇੱਥੇ ਕਿਸੇ ਸਟੇਟ ਦੀ ਨਹੀਂ ਪੁੱਛੀ ਗਈ। ਇੱਥੇ ਤੁਸੀਂ ਯਾਦ ਰੱਖਣਾਗਾ ਕਿ ਆਪਣੀ ਜੋ ਅਫੀਸ਼ੀਅਲ ਲੈਂਗੁਏਜ ਹੈ ਜੀ ਉਹ ਹੈਗੀ ਹੈ ਹਿੰਦੀ। ਪੁਆਇੰਟ ਟੂ ਬੀ ਰਿਮੈਂਬਰ, ਕਈ ਜਗ੍ਹਾ ਤੇ ਤੁਹਾਨੂੰ ਹਿੰਦੀ ਦੇ ਨਾਲ, ਕਈ ਜਗ੍ਹਾ ਤੇ ਤੁਹਾਨੂੰ ਹਿੰਦੀ ਦੇ ਨਾਲ ਇੰਗਲਿਸ਼ ਵੀ ਲਿਖਿਆ ਮਿਲੇਗਾ, ਇੰਗਲਿਸ਼ ਵੀ ਲਿਖਿਆ ਮਿਲੇਗਾ। ਇੱਥੋਂ ਆਪਾਂ ਨੂੰ 2-3 ਵਾਰ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆਗਾ। ਬਟ ਇੱਥੇ ਚੇਂਜ ਕੀ ਹੈਗਾ ਕਿ ਜਿੱਥੇ ਅਫੀਸ਼ੀਅਲ ਲੈਂਗੁਏਜ ਆਫ ਇੰਡੀਆ ਦੀ ਗੱਲ ਆਈ ਉੱਥੇ ਤੁਸੀਂ ਹਿੰਦੀ ਲਿਖੋਗੇ, ਤਾਂ ਇੰਗਲਿਸ਼ ਤੁਸੀਂ ਆਨਸਰ ਕਦੋਂ ਦੇਣਾਗਾ, ਜਿੱਤੋਂ ਲਿਖਿਆ ਕਿਤੇ ਕਿ ਐਸੋਸੀਏਟ, ਐਸੋਸੀਏਟ ਮਤਲਬ ਸਹਾਇਕ ਕਿਹੜੀ ਹੈ, ਐਸੋਸੀਏਟ ਅਫੀਸ਼ੀਅਲ ਲੈਂਗੁਏਜ ਆਫ ਇੰਡੀਆ, ਜਿੱਥੇ ਤੁਹਾਨੂੰ ਇਹ ਲਿਖਿਆ ਮਿਲਿਆ ਤਾਂ ਉੱਥੇ ਤੁਹਾਡਾ ਆਨਸਰ ਆਊਗਾ ਜੀ ਇੰਗਲਿਸ਼। ਮਤਲਬ ਇੰਗਲਿਸ਼ ਸਹਾਇਕ ਦੇ ਤੌਰ ਤੇ ਕੰਮ ਕਰਦੀ ਆ। ਅਗਰ ਤੁਹਾਨੂੰ ਕੱਲਾ ਅਫੀਸ਼ੀਅਲ ਪੁੱਛ ਲਿਆ ਤਾਂ ਉੱਥੇ ਹਿੰਦੀ, ਅਗਰ ਐਸੋਸੀਏਟ ਅਫੀਸ਼ੀਅਲ ਲੈਂਗੁਏਜ ਪੁੱਛ ਲਿਆ ਇੰਡੀਆ ਦੀ ਕੀ ਹੈ, ਸਹਾਇਕ ਕਿਹੜੀ ਹੈ, ਤਾਂ ਉੱਥੇ ਤੁਹਾਡਾ ਆਨਸਰ ਆਊਗਾ ਇੰਗਲਿਸ਼। ਨੈਸ਼ਨਲ ਲੈਂਗੁਏਜ ਫਿਲਹਾਲ ਕੋਈ ਨਹੀਂ ਹੈਗੀ, ਜੋ ਜਿਹਨੂੰ ਪਿਆਰੀ ਲੱਗਦੀ ਉਸ ਹਿਸਾਬ ਨਾਲ ਆਪਾਂ ਕਹਿ ਦਿੰਨੇ ਆ।
ਤਾਂ ਕਰਕੇ ਤੁਹਾਨੂੰ ਇੱਥੋਂ ਜਿਹੜਾ ਹੈਗਾ ਕੋਈ ਕੁਐਸਚਨ ਨਹੀਂ ਉੱਠੇਗਾ ਨੈਸ਼ਨਲ ਲੈਂਗੁਏਜ ਤੋਂ। ਅਫੀਸ਼ੀਅਲ ਤੇ ਐਸੋਸੀਏਟ ਅਫੀਸ਼ੀਅਲ ਤੋਂ ਆਪਾਂ ਨੂੰ ਕੁਐਸਚਨ ਜਿਹੜੇ ਹੈਗੇ ਨੇ ਉਹ ਪੇਪਰ ਦੇ ਵਿੱਚ ਆਏ ਹੋਏ ਨੇ। ਹਾਂਜੀ, ਨੈਕਸਟ ਆਪਾਂ ਇੱਕ ਹੋਰ ਕੰਸੈਪਟ ਕਰਦੇ ਹਾਂ ਜਿਸ ਨੂੰ ਅਸੀਂ ਬੋਲਦੇ ਹਾਂ ਬਾਟਮ ਅਪ ਅਪਰੋਚ ਐਂਡ ਟਾਪ ਡਾਊਨ ਅਪਰੋਚ। ਠੀਕ ਹੈ, ਇੱਥੋਂ ਤੁਹਾਨੂੰ ਸਿੰਪਲ ਜਿਹਾ ਕੁਐਸਚਨ ਬਣੂਗਾ ਪੇਪਰ ਦੇ ਵਿੱਚ, ਪਰ ਇੱਕ ਵਾਰ ਸੁਣ ਲਓ ਧਿਆਨ ਨਾਲ ਇਹਨੂੰ। ਜਿਸ ਤਰੀਕੇ ਨਾਲ ਬਾਟਮ ਅਪ, ਬਾਟਮ ਦਾ ਮਤਲਬ ਕਿ ਬਿਲਕੁਲ ਹੇਠਾਂ ਤੋਂ ਚੱਲਣਾ। ਠੀਕ ਹੈ ਜੀ, ਬਾਟਮ ਦਾ ਮਤਲਬ ਬਿਲਕੁਲ ਹੇਠਲੇ ਸਿਰੇ ਤੋਂ ਚੱਲਣਾ। ਅਪ ਦਾ ਮਤਲਬ ਉੱਪਰਲਾ ਸਿਰਾ ਆ ਗਿਆ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਬਾਟਮ ਅਪ ਅਪਰੋਚ ਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਬੱਚੇ ਨੂੰ ਇੰਗਲਿਸ਼ ਦਾ ਜੋ ਬੇਸਿਕ ਹੈ ਉਹ ਅਲਫਾਬੈਟ ਜਾਂ ਕਹ ਲਓ ਲੈਟਰਸ ਵਗੈਰਾ ਕਰਵਾਏ ਜਾਂਦੇ ਨੇ ਜੀ। ਠੀਕ ਹੈ, ਹੁਣ ਲੈਟਰ ਫਰਦਰ ਜਿਹੜੇ ਹੈਗੇ ਨੇ ਉਹ ਸਮਾਲ ਵੀ ਹੋ ਸਕਦੇ ਨੇ। ਲੈਟਰ ਜਿਹੜੇ ਹੈਗੇ ਨੇ ਉਹ ਸਮਾਲ ਲੈਟਰ ਦੀ ਪ੍ਰੈਕਟਿਸ ਹੋ ਸਕਦੀ ਹੈ, ਉਹ ਕੈਪੀਟਲ ਹੋ ਸਕਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਅਲਫਾਬੈਟ ਕਰਵਾਏ ਜਾਂਦੇ ਨੇ। ਠੀਕ ਹੈ ਜੀ, ਅਲਫਾਬੈਟ ਕਰਵਾ ਕੇ ਉਸ ਤੋਂ ਬਾਅਦ ਕਾਦੀ ਵਾਰੀ ਆਉਂਦੀ ਹੈ, ਵਰਡਸ ਦੀ। ਫਿਰ ਉਹਨਾਂ ਤੋਂ ਸ਼ਬਦ ਬਣਦੇ ਨੇ, ਫਿਰ ਸ਼ਬਦਾਂ ਤੋਂ ਸੈਂਟੈਂਸ ਬਣਦੇ ਨੇ। ਹਾਲਾਂਕਿ ਉਸ ਤੋਂ ਬਾਅਦ ਫਰੇਜ਼ ਕਲੌਜ਼ ਇਦਾਂ ਚੱਲਦਾ ਹੈਗਾ। ਸੋ ਸੈਂਟੈਂਸ ਤੋਂ ਬਾਅਦ ਮੈਂ ਡਾਇਰੈਕਟ ਲਿਖ ਦਿੰਦਾ ਸਿੰਪਲ ਭਾਸ਼ਾ ਦੇ ਵਿੱਚ ਪੈਰਾਗ੍ਰਾਫ ਆ ਗਿਆ। ਪੈਰਾਗ੍ਰਾਫ ਤੋਂ ਬਾਅਦ ਸਟੋਰੀ ਆ ਗਈ ਪ੍ਰੋਪਰ। ਸੋ ਸਟੋਰੀ ਉੱਪਰਲਾ ਸਿਰਾ ਹੈਗਾ, ਅਲਫਾਬੈਟ ਹੇਠਲਾ ਸਿਰਾ ਹੈਗਾ। ਸੋ ਅਗਰ ਇਸ ਤਰ੍ਹਾਂ ਮਤਲਬ ਟੀਚਰ ਪੜ੍ਹਾ ਰਿਹਾ ਹੈਗਾ ਤਾਂ ਕਿਹੜੀ ਅਪਰੋਚ ਵਰਤ ਰਿਹਾ ਹੈਗਾ, ਬਾਟਮ ਅਪ ਅਪਰੋਚ। ਇਸ ਤੋਂ ਬਾਅਦ ਆਪਾਂ ਦੇਖ ਲੈਂਦੇ ਹਾਂ ਟੌਪ ਡਾਊਨ ਅਪਰੋਚ। ਟੌਪ ਡਾਊਨ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਸਟੋਰੀ ਦੀ ਗੱਲ ਆ ਗਈ। ਟੌਪ ਮਤਲਬ ਉੱਪਰਲਾ ਸਿਰਾ, ਡਾਊਨ ਹੇਠਾਂ। ਸੋ ਸਭ ਤੋਂ ਪਹਿਲਾਂ ਸਟੋਰੀ ਕਰਵਾਈ ਜਾ ਰਹੀ ਹੈ, ਫਿਰ ਪੈਰਾਗ੍ਰਾਫ, ਹੈ ਨਾ। ਸਟੋਰੀ, ਪੈਰਾਗ੍ਰਾਫ, ਫਿਰ ਸੈਂਟੈਂਸ, ਫਿਰ ਵਰਡਸ, ਫਿਰ ਅਲਫਾਬੈਟ। ਤਾਂ ਬਿਲਕੁਲ ਅਲਫਾਬੈਟ ਡਾਊਨ ਵਾਲਾ ਸਭ ਤੋਂ ਥੱਲੇ ਵਾਲਾ ਲੈਵਲ ਹੈ। ਤਾਂ ਇਹ ਅਪਰੋਚ ਕਿਹੜੀ ਹੋਗੀ, ਟੌਪ ਡਾਊਨ ਅਪਰੋਚ। ਹਾਲਾਂਕਿ ਨਾਰਮਲੀ ਜਦੋਂ ਬੱਚੇ ਨੂੰ ਸਕੂਲਾਂ ਦੇ ਵਿੱਚ ਟ੍ਰੇਨ ਕੀਤਾ ਜਾਂਦਾ ਹੈਗਾ ਸਟਾਰਟਿੰਗ ਵਾਲੀਆਂ ਕਲਾਸਿਸ ਤੋਂ ਲੈ ਕੇ ਅਪਰ ਕਲਾਸਿਸ ਤੱਕ, ਤਾਂ ਨਾਰਮਲੀ ਜਿਹੜੀ ਬਾਟਮ ਅਪ ਅਪਰੋਚ ਹੀ ਬੱਚਿਆਂ ਤੇ ਵਰਤੀ ਜਾਂਦੀ ਹੈ। ਤਾਂ ਇੱਥੋਂ ਜਿਹੜਾ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਬਣਦਾ ਜੀ ਉਹ ਕਿੱਦਾਂ ਦਾ ਬਣ ਸਕਦਾ ਹੈ ਕਿ ਸਭ ਤੋਂ ਪਹਿਲਾਂ ਮੰਨ ਲਓ ਟੀਚਰ ਬੱਚੇ ਨੂੰ ਲੈਟਰਸ ਕਰਵਾ ਰਿਹਾ ਹੈਗਾ, ਤੁਹਾਨੂੰ ਕੁਐਸਚਨ ਆ ਗਿਆ। ਟੀਚਰ ਲੈਟਰ ਕਰਵਾ ਰਿਹਾ, ਲੈਟਰ ਤੋਂ ਬਾਅਦ ਵਰਡਸ ਕਰਵਾ ਰਿਹਾ। ਠੀਕ ਹੈ ਜੀ, ਵਰਡਸ ਤੋਂ ਬਾਅਦ ਸੈਂਟੈਂਸ ਕਰਵਾ ਰਿਹਾ। ਠੀਕ ਹੈ, 2 3 4 5 ਚੀਜ਼ਾਂ ਤੁਹਾਨੂੰ ਦੇ ਦੇਣਗੇ ਇਸ ਤਰੀਕੇ ਨਾਲ। ਜਿਵੇਂ ਮੈਂ ਲੈਟਰ ਲਿਖਤਾ, ਵਰਡਸ ਲਿਖਤਾ, ਸੈਂਟੈਂਸ ਲਿਖਤਾ, ਐਂਡ ਨੀਚੇ ਪੁੱਛ ਲੈਣਗੇ ਕਿ ਉਹ ਕਿਹੜੀ ਅਪਰੋਚ ਵਰਤ ਰਿਹਾ। ਤਾਂ ਹੁਣ ਲੈਟਰ ਤੋਂ ਚੱਲਿਆ ਦਾ ਮਤਲਬ ਉਹ ਬਾਟਮ ਤੋਂ ਚੱਲਿਆਗਾ, ਤੇ ਸੈਂਟੈਂਸ ਥੋੜਾ ਉੱਪਰਲਾ ਸਿਰਾ ਆ ਗਿਆ, ਇਹਦਾ ਮਤਲਬ ਟੀਚਰ ਕਿਹੜੀ ਅਪਰੋਚ ਯੂਜ਼ ਕਰ ਰਿਹਾ ਹੈਗਾ, ਬਾਟਮ ਅਪ ਅਪਰੋਚ। ਸੋ ਇਹਦੇ ਵਿੱਚ ਕੋਈ ਬੜਾ ਔਖਾ ਕੰਮ ਨਹੀਂ ਹੈਗਾ, ਬੜਾ ਸਿੰਪਲ ਜਿਹਾ ਕੰਮ ਹੈ। ਅਗਰ ਉਲਟਾ ਪੁੱਛ ਲਿਆ, ਸੈਂਟੈਂਸ ਨੂੰ ਪਹਿਲਾਂ ਪੁੱਛ ਲਿਆ ਫਿਰ ਵਰਡ ਫਿਰ ਲੈਟਰ ਪੁੱਛ ਲਿਆ, ਇਹਦਾ ਮਤਲਬ ਟੌਪ ਡਾਊਨ ਅਪਰੋਚ। ਠੀਕ ਹੈ ਜੀ, ਸੋ ਇਹ ਬਹੁਤ ਜ਼ਿਆਦਾ ਔਖਾ ਟੌਪਿਕ ਨਹੀਂ ਸੀਗਾ, ਬਿਲਕੁਲ ਸਿੰਪਲ ਜਿਹਾ ਟੌਪਿਕ ਹੈ, ਇਹਨੂੰ ਦਿਮਾਗ ਦੇ ਵਿੱਚ ਸੈੱਟ ਕਰ ਲਓ ਇਦਾਂ ਹੀ। ਹਾਂਜੀ, ਨੈਕਸਟ ਆਪਣੇ ਕੋਲ ਆ ਗਿਆ ਕਲੋਜ਼ ਟੈਸਟ। ਇਹਨੂੰ ਧਿਆਨ ਨਾਲ ਸੁਣਦੇ ਆ ਹੁਣ। ਇਟ ਇਜ਼ ਐਨ ਐਕਸਰਸਾਈਜ਼। ਇਹ ਟੈਸਟ ਕਿਹੜੇ ਹੁੰਦੇ ਨੇ, ਆਪਾਂ ਨੂੰ ਇੱਕ ਦੋ ਵਾਰ ਪੀਐਸਟੈਟ ਦੇ ਵਿੱਚ ਇਹਦਾ ਕੁਐਸਚਨ ਆਇਆ ਹੋਏਗਾ। ਇਟ ਇਜ਼ ਐਨ ਐਕਸਰਸਾਈਜ਼ ਵੇਅਰ ਦ ਕੈਂਡੀਡੇਟ ਇਜ਼ ਪ੍ਰੋਵਾਈਡਡ ਵਿਦ ਅ ਪੈਰਾਗ੍ਰਾਫ। ਧਿਆਨ ਨਾਲ ਸੁਣਿਓ ਇਹਨੂੰ, ਬੜੇ ਹੀ ਧਿਆਨਪੂਰਵਕ ਇਹਨੂੰ ਸੁਣਨਾਗਾ। ਤੇ ਕਹਿੰਦੇ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੈ ਜਿਸ ਦੇ ਵਿੱਚ ਕੈਂਡੀਡੇਟ, ਮੰਨ ਲਓ ਕੋਈ ਬੱਚਾ, ਕੋਈ ਸਟੂਡੈਂਟ ਹੈ, ਜਿਸ ਨੂੰ ਇੱਕ ਪੈਰਾਗ੍ਰਾਫ, ਇੱਕ ਪੈਰਾ ਦਿੱਤਾ ਜਾਂਦਾ ਹੈਗਾ ਜਿਵੇਂ ਕਿ ਨੀਚੇ ਦਿੱਤਾ ਹੋਇਆ ਹੈਗਾ। ਠੀਕ ਹੈ ਜੀ, ਐਂਡ ਦਾ ਪੈਰਾਗ੍ਰਾਫ ਹੈਜ਼ ਮਿਸਿੰਗ ਵਰਡਸ ਔਰ ਬਲੈਂਕਸ। ਬੜੇ ਧਿਆਨਪੂਰਵਕ ਇਹਨੂੰ ਸੁਣਨਾ। ਤੇ ਉਹ ਪੈਰਾਗ੍ਰਾਫ ਦੇ ਵਿੱਚ ਕੁਝ ਖਾਲੀ ਥਾਵਾਂ ਹੁੰਦੀਆਂ ਨੇ, ਫਿਲਿੰਗ ਜਿਹੜੀਆਂ ਫਿਲ ਇਨ ਦਾ ਬਲੈਂਕਸ ਹੁੰਦੀਆਂ ਨੇ ਆਪਣੀਆਂ, ਕੁਝ ਵਰਡਸ ਮਿਸ ਹੁੰਦੇ ਨੇ। ਠੀਕ ਹੈ, ਜਾਂ ਕਹਿ ਲਓ ਕੁਝ ਬਲੈਂਕਸ ਹੁੰਦੀਆਂ ਨੇ, ਖਾਲੀ ਥਾਵਾਂ, ਜਿਵੇਂ 1 ਨੰਬਰ 2 ਨੰਬਰ 3 ਨੰਬਰ 4 ਨੰਬਰ, ਇੱਥੇ ਕੁਝ ਖਾਲੀ ਥਾਵਾਂ ਨੇ ਵਿਚ ਹੈਵ ਟੂ ਬੀ ਫਿਲਡ, ਜਿਹੜੇ ਕਿ ਉਸ ਕੈਂਡੀਡੇਟ ਨੇ, ਉਸ ਬੱਚੇ ਨੇ ਭਰਨੀਆਂ ਹੁੰਦੀਆਂ ਨੇ। ਸੋ ਕਲੋਜ਼ ਟੈਸਟ ਕਿਹੜਾ ਟੈਸਟ ਹੁੰਦਾ ਹੈਗਾ, ਧਿਆਨਪੂਰਵਕ ਸੁਣੋ। ਇਹ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੈ ਜਾਂ ਟੈਸਟ ਹੈਗਾ ਜਿਸ ਦੇ ਵਿੱਚ ਕਿਸੇ ਨੂੰ ਇੱਕ ਪੈਰਾ ਦਿੱਤਾ ਜਾਂਦਾ ਹੈ, ਜਿਸ ਤਰੀਕੇ ਨਾਲ ਇਹ ਕਲਾਈਮੇਟ ਵਾਲਾ ਪੈਰਾ ਦਿੱਤਾ ਗਿਆ ਹੈਗਾ। ਠੀਕ ਹੈ ਜੀ, ਤੇ ਪੈਰੇ ਦੇ ਵਿੱਚ ਕੁਝ ਮਿਸ ਜਿਹੜੇ ਹੈਗੇ ਨੇ ਵਰਡ ਜਾਂ ਹੋਣਗੇ ਜਾਂ ਖਾਲੀ ਥਾਵਾਂ ਹੋਣਗੀਆਂ ਜਿਹਨੂੰ ਉਸ ਕੈਂਡੀਡੇਟ ਨੇ ਭਰਨਾ ਹੋਊਗਾ। ਸੋ ਦੈਟਸ ਇਟ। ਇਹਦੇ ਵਿੱਚ ਆਹੀ ਕੰਮ ਹੈ, ਪੂਰਾ ਪੈਰਾ ਦਿੱਤਾ ਹੋਊ। ਹਾਲਾਂਕਿ ਇੱਥੇ ਸਕਰੀਨ ਤੇ ਜਿੰਨਾ ਕੁ ਆਇਆ ਮੈਂ ਉਹਨਾਂ ਕੁ ਲਿਖਿਆ, ਪ੍ਰੋਪਰ ਵੇ ਨਾਲ ਪੈਰਾ ਦਿੱਤਾ ਹੋਊ, ਵਿੱਚ ਬਲੈਂਕਸ ਦਿੱਤੀਆਂ ਹੋਣਗੀਆਂ ਜਿਨ੍ਹਾਂ ਨੂੰ ਫਿਲ ਕਰਨਾ ਹੋਊਗਾ। ਠੀਕ ਹੈ ਜੀ, ਪਹਿਲਾ ਪੁਆਇੰਟ ਤੁਸੀਂ ਸਮਝ ਗਏ ਹੋਵੋਗੇ। ਜਿਸ ਤਰੀਕੇ ਨਾਲ ਆਪਾਂ ਪੈਰਾ ਪੜ੍ਹ ਕੇ ਦੇਖ ਲੈਂਦੇ ਹਾਂ। ਕਲਾਈਮੇਟ ਚੇਂਜ ਪੋਜੈਸ ਆ ਸਿਗਨੀਫਿਕੈਂਟ ਡੈਸ਼ ਟੂ ਆਵਰ ਪਲੈਨਟ। ਠੀਕ ਹੈ, ਮਤਲਬ ਅਗਰ ਆਪਾਂ ਸਿਰਫ ਪਹਿਲੀ ਦੀ ਗੱਲ ਕਰੀਏ, ਕਹਿੰਦਾ ਕਲਾਈਮੇਟ ਜੋ ਜਲਵਾਯੂ ਦੇ ਵਿੱਚ ਚੇਂਜ ਹੋ ਰਿਹਾ ਹੈਗਾ, ਉਹ ਇੱਕ ਤਰ੍ਹਾਂ ਨਾਲ ਸਾਡੇ ਪਲੈਨਟ ਨੂੰ, ਕਹਿ ਲਓ ਸਾਡੇ ਅਰਥ ਨੂੰ ਇੱਕ ਤਰ੍ਹਾਂ ਨਾਲ, ਚਲੋ ਇੱਥੇ ਮੈਂ ਕੁਝ ਵੀ ਭਰ ਸਕਦਾ ਹਾਂ ਨਾ, ਮੰਨ ਲਓ ਖਤਰਾ ਹੈਗਾ, ਇਦਾਂ ਆਪਾਂ ਭਰ ਸਕਦੇ ਹਾਂ। ਥ੍ਰੈਟ ਲਿਖ ਦਿੰਦਾ ਮੈਂ ਇੱਥੇ। ਠੀਕ ਹੈ ਜੀ, ਥ੍ਰੈਟ ਲਿਖ ਦਿੰਦਾ ਕਿਉਂਕਿ ਮੌਸਮ ਦਾ ਕਾਫੀ ਫਰਕ ਹੈ। ਥ੍ਰੈਟ ਲਿਖਤਾ। ਸੋ ਇਸ ਤਰੀਕੇ ਨਾਲ ਇਹਨੂੰ ਭਰਦੇ ਜਾਣਾਗਾ ਤੇ ਇੱਕ ਤਰ੍ਹਾਂ ਦਾ ਕਲੋਜ਼ ਟੈਸਟ ਹੋ ਗਿਆ।
ਸੋ ਹੋ ਸਕਦਾ ਇੱਥੇ ਕੁਝ ਹੋਰ ਵੀ ਆ ਸਕਦਾ ਹੈਗਾ, ਪਰ ਮੇਰੇ ਅਕੋਰਡਿੰਗ ਜੋ ਪੈਰਾਗ੍ਰਾਫ ਦੇ ਅਕੋਰਡਿੰਗ ਇਹੀ ਹੈ ਵੀ ਕਲਾਈਮੇਟ ਚੇਂਜ ਨਾਲ ਜਿਹੜਾ ਆਪਣਾ ਪਲੈਨਟ ਹੈ, ਅਰਥ ਹੈ ਆਪਣੀ, ਠੀਕ ਹੈ ਜੀ, ਉਹ ਤੇ ਕਾਫੀ ਹਾਰਮਫੁਲ ਇਫੈਕਟ ਪੈ ਰਿਹਾ। ਕਿਉਂਕਿ ਵਿੱਚ ਗੱਲ ਕੀਤੀ ਇਹਨਾਂ ਨੇ ਬਰਨਿੰਗ ਆਫ ਫੋਸਲ ਫਿਊਲ ਦੀ, ਡੀਫੋਰੈਸਟੇਸ਼ਨ ਦੀ, ਜੰਗਲਾਂ ਦੀ ਕਟਾਈ ਦੀ, ਸੋ ਇਹ ਚੀਜ਼ਾਂ ਦੀ ਇਹਨਾਂ ਨੇ ਗੱਲ ਕੀਤੀ ਹੋਈ ਹੈ। ਤਾਂ ਕਰਕੇ ਇੱਥੇ ਮੈਂ ਥ੍ਰੈਟ ਲਿਖਤਾ ਹੈ ਨਾ, ਖਤਰਾ। ਸੋ ਇਹ ਤਾਂ ਹੋ ਗਿਆ ਪਹਿਲਾ ਪੁਆਇੰਟ ਜੀ, ਠੀਕ ਹੈ। ਕਿਉਂਕਿ ਬਹੁਤੀ ਵਾਰ ਨਾ ਕਿ ਸਾਨੂੰ ਇਹ ਲੱਗਦਾ ਵੀ ਅੱਧਾ ਪੈਰਾ ਦਿੱਤਾ ਹੋ, ਅੱਧਾ ਪੂਰਾ ਕਰਨਾ ਹੋ, ਜੋ ਕਿ ਗਲਤ ਹੈ। ਪ੍ਰੋਪਰ ਵੇ ਨਾਲ ਪੂਰਾ ਪੈਰਾ ਦਿੱਤਾ ਹੋ, ਬਸ ਵਿੱਚ ਖਾਲੀ ਥਾਵਾਂ ਹੋਣਗੀਆਂ, ਮਿਸਿੰਗ ਵਰਡ ਹੋਣਗੇ। ਅੱਛਾ, ਸੈਕਿੰਡ, ਕਈ ਵਾਰ ਕੀ ਹੁੰਦਾ ਹੈ, ਆਪਾਂ ਇਹਨੂੰ ਮਿਟੇ ਦਿੰਨੇ ਆ ਇੱਥੇ, ਠੀਕ ਹੈ, ਜੋ ਥ੍ਰੈਟ ਹੈ ਇਹਨੂੰ ਆਪਾਂ ਮਿਟੇ ਦਿੰਨੇ ਆ। ਕਈ ਵਾਰ ਇਸ ਕਲੋਜ਼ ਟੈਸਟ ਦਾ ਉਦੇਸ਼ ਕੀ ਹੁੰਦਾ ਗਾ ਕਿ ਜੋ ਤੁਹਾਡੀ ਅਬਿਲਿਟੀ ਹੈ, ਠੀਕ ਹੈ, ਉਹਨੂੰ ਜ਼ਿਆਦਾ ਕਰਨਾ। ਇੱਕ ਵੋਕੈਬ ਤੇ ਵੀ ਪੂਰਾ ਫੋਕਸ ਹੁੰਦਾ ਜੀ, ਵੋਕੈਬਲਰੀ, ਠੀਕ ਹੈ, ਮੈਂ ਵੋਕੈਬ ਲਿਖ ਦਿੰਦਾ ਇੱਥੇ ਇਕੱਲਾ। ਸੋ ਵੋਕੈਬਲਰੀ ਜਿਹੜੀ ਹੈਗੀ ਆ, ਉਹਨੂੰ ਵੀ ਦੇਖਿਆ ਜਾਂਦਾ ਜਾਂ ਉਹਨੂੰ ਵੀ ਮਜ਼ਬੂਤ ਕੀਤਾ ਜਾਂਦਾ ਕਲੋਜ਼ ਟੈਸਟ ਦੇ ਰਾਹੀਂ। ਕਿਵੇਂ? ਕਈ ਵਾਰ ਇੱਥੇ ਜੋ ਆਪਸ਼ਨ ਹੈ, ਜਿਵੇਂ ਆਪਾਂ ਬੱਚਿਆਂ ਨੂੰ ਖਾਲੀ ਥਾਵਾਂ ਆਉਂਦੀਆਂ ਨੇ ਉੱਤੇ ਦਿੱਤੀਆਂ ਹੁੰਦੀਆਂ ਵੀ ਇਹਨਾਂ ਦੇ ਵਿੱਚੋਂ ਦੇਖ ਲਓ ਪਹਿਲੀ ਦੇ ਵਿੱਚ ਕਿਹੜਾ ਆਊ, ਦੂਜੀ ਦੇ ਵਿੱਚ ਕਿਹੜਾ ਆਊ। ਤਾਂ ਕਈ ਵਾਰ ਮੰਨ ਲਓ ਇੱਥੇ ਜਗ੍ਹਾ ਤੇ ਹੀ ਦਿੱਤਾ ਜਾਂਦਾ ਹੈ ਕਿ ਥ੍ਰੈਟ ਲਿਖਤਾ ਮੈਂ ਇੱਥੇ, ਦੇਖੋ ਬ੍ਰੈਕਟ ਦੇ ਵਿੱਚ ਮੈਂ ਥ੍ਰੈਟ ਲਿਖਤਾ ਵਾਲੀ ਜਗ੍ਹਾ ਦੇ ਉੱਪਰ। ਕਈ ਵਾਰ ਉਹਦਾ ਆਨਸਰ ਤੁਹਾਨੂੰ ਨਾਲ ਹੀ ਦਿੱਤਾ ਹੁੰਦਾ ਬ੍ਰੈਕਟ ਦੇ ਵਿੱਚ, ਤੇ ਪਰ ਤੁਸੀਂ ਉਹ ਵਾਲਾ ਥ੍ਰੈਟ ਨਹੀਂ ਲਿਖਣਾ ਇੱਥੇ ਜੋ ਦੇਤਾ। ਹੁਣ ਥ੍ਰੈਟ ਦਾ ਕੋਈ ਹੋਰ ਮਤਲਬ ਸ਼ਬਦ ਲਿਖਣਾ ਗਾ ਜਿਹਦਾ ਮਤਲਬ ਖਤਰਾ ਹੋਵੇ, ਠੀਕ ਹੈ। ਇਹਦੇ ਨਾਲ ਦੇਖੋ ਤੁਹਾਡੀ ਜੋ ਵੋਕੈਬਲਰੀ ਹੈ ਜੀ ਉਹ ਵੀ ਮਜ਼ਬੂਤ ਹੁੰਦੀ ਹੈ। ਸੋ ਜਿਵੇਂ ਥ੍ਰੈਟ ਤਾਂ ਦੇਤਾ ਇਹਨਾਂ ਨੇ ਵੀ ਖਤਰਾ ਇੱਥੇ ਭਰਿਆ ਜਾਊਗਾ, ਥ੍ਰੈਟ ਭਰੇ, ਥ੍ਰੈਟ ਵਰਗਾ ਕੋਈ ਹੋਰ ਸ਼ਬਦ ਲੱਭੋ ਤੇ ਇੱਥੇ ਭਰੋ। ਜਿਵੇਂ ਆਪਾਂ ਹੋਰ ਕੀ ਭਰ ਸਕਦੇ ਹਾਂ, ਹਿਆਰਡ, ਹਿਆਰਡ ਵੀ ਖਤਰਾ ਜੀ, ਡੇਂਜਰ ਆ ਸਕਦਾ ਹੈ, ਠੀਕ ਹੈ। ਸੋ ਕੁਝ ਵੀ ਤੁਸੀਂ ਇਦਾਂ ਭਰ ਸਕਦੇ ਹੋ। ਸੋ ਇਸ ਟੈਸਟ ਦੇ ਨਾਲ ਜਿਹੜੀ ਤੁਹਾਡੀ ਵੋਕੈਬਲਰੀ ਹੈ, ਕਹਿ ਲਓ ਬੱਚੇ ਦੀ ਵੋਕੈਬਲਰੀ ਹੈ, ਠੀਕ ਹੈ, ਉਹ ਵੀ ਜ਼ਿਆਦਾ ਮਤਲਬ ਇਨਹਾਂਸ ਹੁੰਦੀ ਹੈ, ਜ਼ਿਆਦਾ ਵੱਧਦੀ ਹੈ ਉਹ। ਸੋ ਹੋਪਫੁਲੀ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਊਗੀ। ਇੱਕ ਤਾਂ ਓਮਿਟਡ ਵਰਡ ਲੱਭਣੇ ਨੇ, ਮਤਲਬ ਕੁਝ ਖਾਲੀ ਥਾਵਾਂ ਛੱਡੀਆਂ ਹੋਣਗੀਆਂ ਉਹਨਾਂ ਨੂੰ ਪੂਰਾ ਕਰਨਾਗਾ, ਜਾਂ ਕੁਝ ਤੁਹਾਨੂੰ ਆਪਸ਼ਨ ਵੀ ਦਿੱਤੀਆਂ ਹੋਣਗੀਆਂ ਤਾਂ ਉਹਨਾਂ ਵਰਗਾ ਕੋਈ ਵੋਕੈਬ ਵਰਡ ਵੀ ਭਰਨਾ ਹੋ ਸਕਦਾ ਹੈ। ਸੋ ਇਹ ਹੁੰਦਾ ਜੀ ਕਲੋਜ਼ ਟੈਸਟ। ਲੇਟਰ ਔਨ ਆਪਾਂ ਕੁਐਸਚਨ ਵੀ ਦੇਖਦੇ ਆ ਵੀ ਕਿਹੜਾ ਆਪਾਂ ਨੂੰ ਪੇਪਰ ਦੇ ਵਿੱਚ ਆਇਆ ਹੋਇਆ ਇਹਦੇ ਵਿੱਚੋਂ। ਹਾਂਜੀ, ਕੁਝ ਆਪਾਂ ਪੁਰਾਣੇ ਸਾਲਾਂ ਦੇ ਪ੍ਰੀਵੀਅਸ ਈਅਰ ਐਮਸੀਕਿਊ ਦੇਖ ਲੈਂਦੇ ਆ, ਸਾਰੇ ਪ੍ਰੀਵੀਅਸ ਈਅਰ ਹੀ ਦੇਖਾਂਗੇ ਆਪਾਂ। ਕੋਈ ਵੀ ਮੈਂ ਆਪਣੇ ਕੋਲੋਂ ਨਹੀਂ ਬਣਾਇਆ ਹੋਇਆ। ਸੋ ਪਹਿਲਾ ਐਮਸੀਕਿਊ ਹੈ, ਦ ਆਬਜੈਕਟਿਵ ਆਫ ਥ੍ਰੀ ਲੈਂਗੁਏਜ ਫਾਰਮੂਲਾ ਇਜ਼ ਟੂ ਇਨਸ਼ੋਰ। ਕਹਿੰਦਾ ਜੋ ਥ੍ਰੀ ਲੈਂਗੁਏਜ ਫਾਰਮੂਲਾ ਆਪਾਂ ਪੜਿਆਗਾ, ਠੀਕ ਹੈ ਜੀ, ਉਹਦਾ ਕੀ ਉਦੇਸ਼ ਹੈ, ਉਹਦਾ ਕੀ ਆਬਜੈਕਟਿਵ ਹੈ। ਸੋ ਪਹਿਲੀ ਆਪਸ਼ਨ ਦੇਖਦੇ ਹਾਂ, ਦ ਪ੍ਰਮੋਸ਼ਨ ਆਫ ਹਿੰਦੀ ਐਜ਼ ਦਾ ਨੈਸ਼ਨਲ ਲੈਂਗੁਏਜ। ਕਹਿੰਦੇ ਹਿੰਦੀ ਨੂੰ ਪ੍ਰਮੋਟ ਕਰਨਾ ਬਿਲਕੁਲ ਗਲਤ ਹੈ ਜੀ, ਇੱਕ ਲੈਂਗੁਏਜ ਨੂੰ ਤਾਂ ਪ੍ਰਮੋਟ ਹੀ ਨਹੀਂ ਕਰ ਰਿਹਾ। ਦ ਪ੍ਰਮੋਸ਼ਨ ਆਫ ਮਲਟੀਲਿੰਗੁਅਲਿਜ਼ਮ ਇਨ ਦਾ ਕੁਰਿਕੁਲਮ। ਸੋ ਮਲਟੀਲਿੰਗੁਅਲਿਜ਼ਮ ਨੂੰ ਪ੍ਰਮੋਟ ਕਰਨਾ, ਇਹ ਗੱਲ ਆਪਾਂ ਕਰ ਚੁੱਕੇ ਹਾਂ, ਇਹ ਆਪਣਾ ਸਹੀ ਆਊਗਾ, ਪਰ ਪਹਿਲਾਂ ਦੂਜੇ ਵੀ ਪੜ੍ਹ ਲਓ। ਦ ਪ੍ਰਮੋਸ਼ਨ ਆਫ ਰੀਜਨਲ ਲੈਂਗੁਏਜ ਐਟਲੀਸਟ ਐਜ਼ ਅ ਥਰਡ ਲੈਂਗੁਏਜ। ਕਹਿੰਦੇ ਜੋ ਰੀਜਨਲ ਲੈਂਗੁਏਜ ਹੈ ਉਹਨੂੰ ਤੀਜੇ ਨੰਬਰ ਵਾਲੀ ਲੈਂਗੁਏਜ ਦੇ ਤੌਰ ਤੇ ਪ੍ਰਮੋਟ ਕਰਨਾ ਬਿਲਕੁਲ ਗਲਤ ਹੈ ਜੀ, ਉਹ ਤਾਂ ਪਹਿਲੀ ਆਊਗੀ। ਦ ਪ੍ਰਮੋਸ਼ਨ ਆਫ ਇੰਗਲਿਸ਼ ਐਜ਼ ਦ ਕਨੈਕਟਿੰਗ ਲੈਂਗੁਏਜ। ਕਹਿੰਦੇ ਇੰਗਲਿਸ਼ ਦਾ ਹੀ ਇਕੱਲਾ ਪ੍ਰਮੋਟ ਕਰਨਾ ਕਨੈਕਟਿੰਗ ਲੈਂਗੁਏਜ ਦੇ ਤੌਰ ਤੇ ਵੀ ਗਲਤ ਹੈ। ਸੋ ਆਪਣਾ ਰਾਈਟ ਆਂਸਰ ਕੀ ਆਊਗਾ? ਆਪਸ਼ਨ ਬੀ ਇਜ਼ ਦਾ ਕਰੈਕਟ ਆਂਸਰ ਫॉर क्वेश्चन नंबर 1। ਹਾਂਜੀ, क्वेश्चन नंबर सेकंड, इंग्लिश इज गिवन द स्टेटस ऑफ। ਇਹ ਕੁਐਸਚਨ ਕਾਫੀ ਵਾਰ ਆਇਆ ਤੇ ਮੇਰੇ ਅਕੋਰਡਿੰਗ ਬਹੁਤ ਸਾਰੇ ਸਟੂਡੈਂਟ ਇਹਨੂੰ ਗਲਤ ਕਰਦੇ ਹੋਣਗੇ। ਤਾਂ ਇੰਗਲਿਸ਼ ਨੂੰ ਕਹਿੰਦੇ ਕਾਹਦਾ ਸਟੇਟਸ ਮਿਲਿਆ ਹੋਇਆ, ਧਿਆਨ ਨਾਲ ਦੇਖੋ, ਇੰਗਲਿਸ਼ ਨੂੰ ਕਾਹਦਾ ਸਟੇਟਸ ਮਿਲਿਆ ਹੋਇਆ। ਪਹਿਲਾਂ ਆਫੀਸ਼ੀਅਲ ਲੈਂਗੁਏਜ ਆਫ ਇੰਡੀਆ, ਠੀਕ ਹੈ, ਹੋ ਸਕਦਾ ਬਹੁਤੇ ਆਫੀਸ਼ੀਅਲ ਹੀ ਲਾ ਦਿੰਦੇ ਹੋਣਗੇ, ਪਰ ਆਪਾਂ ਆਫੀਸ਼ੀਅਲ ਹੁਣੀ ਦੇਖਿਆ ਕਿ ਪਹਿਲੀ ਮੇਨ ਆਫੀਸ਼ੀਅਲ ਕਿਹੜੀ ਆ ਗਈ ਜੀ, ਹਿੰਦੀ ਆ ਗਈ ਆਪਣੀ, ਠੀਕ ਹੈ, ਇੰਡੀਆ ਦੀ ਗੱਲ ਕਰੀਏ ਤਾਂ। ਅੱਗੇ ਇੰਟਰਨੈਸ਼ਨਲ ਲੈਂਗੁਏਜ ਆਫ ਇੰਡੀਆ, ਠੀਕ ਹੈ। ਸੋ ਇੰਟਰਨੈਸ਼ਨਲ ਵਾਲਾ ਤਾਂ ਕੁਝ ਨਹੀਂ ਹੈਗਾ, ਇੰਟਰਨੈਸ਼ਨਲ ਬਹੁਤੇ ਹੋ ਸਕਦੇ ਇੰਗਲਿਸ਼ ਦੇਖ ਕੇ ਇੰਟਰਨੈਸ਼ਨਲ ਲਾ ਦਿੰਦੇ ਹੋਣੇ ਵੀ ਸਾਰੇ ਕੰਟਰੀ ਦੇ ਵਿੱਚ ਹੈਗੀ ਹੈ ਇਸ ਤਰੀਕੇ ਨਾਲ। ਸੋ ਇਹ ਪਹਿਲਾ ਆਪਸ਼ਨ ਵੀ ਨਹੀਂ ਆਉਂਦਾ, ਦੂਜਾ ਵੀ ਨਹੀਂ ਆਉਂਦਾ। ਇਸ ਤੋਂ ਬਾਅਦ ਦੇਖੀਏ ਡੀ ਆਪਸ਼ਨ, ਨੈਸ਼ਨਲ ਲੈਂਗੁਏਜ ਆਫ ਇੰਡੀਆ। ਸੋ ਨੈਸ਼ਨਲ ਤਾਂ ਮੈਂ ਤੁਹਾਨੂੰ ਹੁਣੀ ਦੱਸਿਆ ਭਾਈ, ਉਹ ਤਾਂ ਜਿਹੜੀ ਹਰਮਨ ਪਿਆਰੀ ਹੈ, ਠੀਕ ਹੈ, ਉਹਨੂੰ ਮੰਨ ਲਓ, ਵੈਸੇ ਕੋਈ ਹੈ ਨਹੀਂ ਕੋਈ ਪਾਰਟਿਕੂਲਰ। ਸੋ ਇੱਥੇ ਇੱਕ ਸੀ ਆਪਸ਼ਨ ਹੈ ਜਿਹਦੇ ਵੱਲ ਬਹੁਤ ਘੱਟ ਧਿਆਨ ਜਾਂਦਾ ਹੋਊਗਾ, ਚੌਥੇ ਨੰਬਰ ਤੇ ਧਿਆਨ ਜਾਂਦਾ ਹੋਊਗਾ, ਉਹ ਆਪਣਾ ਇੱਥੇ ਸਹੀ ਆਂਸਰ ਹੈ। ਇੰਗਲਿਸ਼ ਨੂੰ ਕਾਹਦਾ ਸਟੇਟਸ ਮਿਲਿਆ ਹੋਇਆ ਜੀ? ਐਸੋਸੀਏਟ ਆਫੀਸ਼ੀਅਲ ਲੈਂਗੁਏਜ ਆਫ ਇੰਡੀਆ। ਐਸੋਸੀਏਟ ਦਾ ਮਤਲਬ ਮੈਂ ਤੁਹਾਨੂੰ ਦੱਸਤਾ ਸੀ, ਸਹਾਇਕ ਦੇ ਤੌਰ ਤੇ ਕੰਮ ਕਰਦੀ ਹੈ। ਵੈਸੇ ਆਫੀਸ਼ੀਅਲ ਹਿੰਦੀ ਆ ਗਈ, ਬਟ ਐਸੋਸੀਏਟ ਆਫੀਸ਼ੀਅਲ ਲੈਂਗੁਏਜ ਆਫ ਇੰਡੀਆ ਕੀ ਆਏਗੀ ਜੀ? ਇੰਗਲਿਸ਼ ਆਏਗੀ। ਸੋ ਇਹਨੂੰ ਧਿਆਨਪੂਰਵਕ ਨੋਟ ਕਰ ਲਓ, ਇਥੋਂ ਕੁਐਸਚਨ ਕਾਫੀ ਵਾਰ ਆਪਾਂ ਨੂੰ ਪੇਪਰ 'ਚ ਬਣੇ ਹੋਏ ਆ। ਹਾਂਜੀ, ਇੱਕ ਲਾਸਟ ਕੁਐਸਚਨ ਹੋਰ ਦੇਖਦੇ ਹਾਂ, ਬਟ ਇਹ ਕੁਐਸਚਨ ਕਰਨ ਤੋਂ ਪਹਿਲਾਂ ਅਗਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ, ਕੁਝ ਯੂਜ਼ਫੁਲ ਸਿੱਖਣ ਨੂੰ ਮਿਲ ਰਿਹਾ ਹੈਗਾ, ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਐਂਡ ਇਸ ਫ੍ਰੀ ਐਜੂਕੇਸ਼ਨ ਨੂੰ ਆਪਣੇ ਵੱਧ ਤੋਂ ਵੱਧ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰੋ।
ਤਾਂ ਕਿ ਵੱਧ ਤੋਂ ਵੱਧ ਬੱਚੇ ਇਹਨਾਂ ਯੂਜ਼ਫੁਲ ਵੀਡੀਓਜ਼ ਦਾ ਲਾਹਾ ਲੈ ਸਕਣ। ਐਂਡ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਦਿਓ ਜੀ, ਕਿਉਂਕਿ ਇੱਕ ਤਰ੍ਹਾਂ ਦਾ ਮੋਟੀਵੇਸ਼ਨ ਹੈ, ਕੋਈ ਕਿਸੇ ਤੋਂ ਫੀਸ ਨਹੀਂ ਲਈ ਜਾ ਰਹੀ। ਬਸ ਤੁਹਾਡੇ ਤੋਂ ਇੱਕ ਹੀ ਉਮੀਦ ਹੈ ਕਿ ਤੁਸੀਂ ਇਹਨਾਂ ਵੀਡੀਓਜ਼ ਨੂੰ ਲਾਈਕਸ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ, ਨੋਟ ਬਟ ਨੋਟ ਲੀਸਟ, ਠੀਕ ਹੈ, ਲਾਸਟ ਹੈ ਬਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਪੁਆਇੰਟ ਮੈਂ ਤੁਹਾਨੂੰ ਕਹਿ ਰਿਹਾ, ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਜਿੰਨੀ ਜ਼ਿਆਦਾ ਗੈਦਰਿੰਗ ਆਡੀਅנס ਹੀ ਰਹੇਗੀ, ਠੀਕ ਹੈ, ਉਨੀ ਹੀ ਮੋਟੀਵੇਸ਼ਨ ਮੈਨੂੰ ਮਿਲੇਗੀ। ਐਂਡ ਫਾਸਟ ਜਿਹੜੀਆਂ ਹੈਗੀਆਂ ਹਰ ਇੱਕ ਸਬਜੈਕਟ ਦੀਆਂ ਜੋ ਵੀਡੀਓਜ਼ ਹੈ ਮੈਂ ਤੁਹਾਡੇ ਲਈ ਲੈ ਕੇ ਆਉਂਗਾ। ਸੋ ਥਰਡ ਕੁਐਸਚਨ ਕਰਦੇ ਹਾਂ ਹੁਣ ਆਪਾਂ, ਵਿਚ ਇਜ਼ ਫਾਲਸ ਅਬਾਊਟ ਕਲੋਜ਼ ਟੈਸਟ। ਕਿਹੜਾ ਗਲਤ ਹੈ, ਠੀਕ ਹੈ, ਉਹ ਲੱਭਣਾ ਆਪਾਂ। ਤਿੰਨ ਤਾਂ ਸਹੀ ਨੇ, ਇੱਕ ਗਲਤ ਹੈਗਾ ਕਲੋਜ਼ ਟੈਸਟ ਬਾਰੇ। ਇਹ ਵੀ ਆਪਣਾ ਪ੍ਰੀਵੀਅਸ ਈਅਰ ਐਗਜ਼ਾਮ ਦਾ ਕੁਐਸਚਨ ਹੈ ਜੀ, ਮੈਂ ਖੁਦ ਪ੍ਰੇਮ ਨਹੀਂ ਕੀਤਾ, ਪੁਰਾਣੇ ਪੇਪਰ ਜਾ ਕੇ ਤੁਸੀਂ ਦੇਖ ਸਕਦੇ ਹੋ। ਮੈਂ ਸਿਰਫ ਇੱਕ ਹੀ ਕੁਐਸਚਨ ਲਿਆ ਟੌਪਿਕ ਵਾਈਜ਼। ਜਦੋਂ ਆਪਾਂ ਅਲੱਗ ਤੋਂ MCQ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਜਿਹੜੇ ਹੈਗੇ ਨੇ ਬਾਕੀ ਕੁਐਸਚਨ ਵੀ ਆਪਾਂ ਕਵਰ ਕਰਾਂਗੇ। ਸੋ ਪਹਿਲੀ ਆਪਸ਼ਨ ਦੇਖੋ ਕੀ ਹੈ, ਕਲੋਜ਼ ਟੈਸਟ ਆਰ ਟੈਸਟ ਕੰਸਿਸਟਿੰਗ ਆਫ ਅ ਪੋਰਸ਼ਨ ਆਫ ਟੈਕਸਟ ਵਿਦ ਸਰਟਨ ਵਰਡਸ ਓਮਿਟਡ। ਇੱਥੇ ਧਿਆਨ ਦਿਓ, ਕਹਿੰਦੇ ਕਲੋਜ਼ ਟੈਸਟ ਉਹ ਹੁੰਦੇ ਨੇ ਜਿਹਦੇ ਵਿੱਚ ਕੋਈ ਟੈਕਸਟ ਜਾਂ ਕੋਈ ਪੈਰਾਗ੍ਰਾਫ ਸਾਨੂੰ ਦਿੱਤਾ ਹੋਇਆ, ਉਹਦੇ ਵਿੱਚ ਕੁਝ ਸ਼ਬਦ ਜਿਹੜੇ ਹੈਗੇ ਨੇ ਛੱਡੇ ਗਏ ਹੁੰਦੇ ਨੇ, ਓਮਿਟਡ ਹੁੰਦੇ ਨੇ, ਬਲੈਂਕ ਖਾਲੀ ਥਾਵਾਂ ਦਿੱਤੀਆਂ ਹੁੰਦੀਆਂ ਨੇ। ਬਿਲਕੁਲ ਸਹੀ ਹੈ ਜੀ ਇਹ ਤਾਂ। ਉਸ ਤੋਂ ਬਾਅਦ ਸੀ ਦੇਖੋ ਧਿਆਨ ਨਾਲ, close test require the ability to understand the context। context ਦਾ ਮਤਲਬ ਜੋ ਲਿਖਿਆ ਹੋਇਆ ਹੈਗਾ, ਕਹਿੰਦੇ close test ਲਿਖੇ ਹੋਏ ਜੋ ਵੀ ਲਿਖਿਆ ਹੋਇਆ ਹੈਗਾ ਉਹਨੂੰ ਸਮਝਣ ਦੀ ਜੋ ਅਬਿਲਿਟੀ ਹੈ, ਯੋਗਤਾ ਹੈ, ਚਾਹੇ ਸਟੂਡੈਂਟ ਹੈ ਚਾਹੇ ਕੋਈ ਵੀ ਉਹਨੂੰ ਪੜ੍ਹ ਰਿਹਾ ਉਹਨੂੰ ਵਧਾਉਂਦੇ ਨੇ। ਐਂਡ ਵੋਕੈਬਲਰੀ ਨੂੰ ਦੀ ਅਬਿਲਿਟੀ ਵੀ ਵਧਾਉਂਦੇ ਨੇ। ਬਿਲਕੁਲ ਸਹੀ ਹੈ ਜੀ, ਆਪਾਂ ਹੁਣੀ ਦੇਖਿਆ ਵੀ ਵੋਕੈਬਲਰੀ ਵੱਧਦੀ ਹੈ ਇਹਦੇ ਨਾਲ। in order to identify the correct words or type of words that belong to deleted passage of the text। ਸੋ ਅਸੀਂ ਵਧਾ ਕੇ ਦਿੱਤਾ ਹੋਇਆਗਾ। ਸੋ ਦੋ ਚੀਜ਼ਾਂ ਇੰਪੋਰਟੈਂਟ ਨੇ ਇਹਦੇ ਵਿੱਚ, ਇੱਕ ਤਾਂ ਕਹਿੰਦੇ ਵੋਕੈਬਲਰੀ ਦੀ ਸਮਝ ਵੱਧਦੀ ਹੈ, ਠੀਕ ਹੈ, ਅੰਡਰਸਟੈਂਡਿੰਗ ਵੱਧਦੀ ਹੈ। ਇੱਕ ਜੋ ਲਿਖਿਆ ਉਹਨੂੰ ਸਮਝਣ ਦੀ ਅੰਡਰਸਟੈਂਡਿੰਗ ਵੱਧਦੀ ਹੈ। ਸੋ ਇਹ ਵੀ ਬਿਲਕੁਲ ਠੀਕ ਹੈ ਜੀ, ਕਲੋਜ਼ ਟੈਸਟ ਨਾਲ ਹੁੰਦਾ ਹੈ ਕਿਉਂਕਿ ਵਿੱਚ ਵੋਕੈਬਲਰੀ ਸ਼ਬਦ ਆ ਗਿਆ। ਡੀ ਆਪਸ਼ਨ ਦੇਖੋ, ਇਨ ਅ ਕਲੋਜ਼ ਟੈਸਟ ਪ੍ਰੈਫਰਲੀ every fifth, seventh ਔਰ 8th word is omitted। ਦੇਖੋ ਧਿਆਨ ਨਾਲ ਦੇਖੋ, ਇੱਥੇ ਵਰਡ ਤਾਂ omit ਹੋ ਗਿਆ ਨਾ, ਵਰਡ omit ਹੋ ਗਿਆ। ਕਹਿੰਦੇ ਨਾਰਮਲੀ ਪਹਿਲਾ ਸ਼ਬਦ omit ਨਹੀਂ ਹੁੰਦਾ, ਜਾਂ ਪੰਜਵਾਂ ਜਾਂ ਸੱਤਵਾਂ ਜਾਂ ਅੱਠਵਾਂ ਇਹ ਹੋ ਸਕਦਾ, ਮਤਲਬ ਬਾਅਦ ਜੇ ਵਾਲੇ ਸ਼ਬਦ omit ਹੁੰਦੇ ਨੇ, ਪਹਿਲਾਂ ਕੁਛ ਨਾ ਕੁਛ ਲਿਖਿਆ ਹੁੰਦਾ ਹੈਗਾ, ਬਾਅਦ ਵਾਲੇ ਛੱਡੇ ਜੇ ਹੁੰਦੇ ਨੇ। ਇਹ ਵੀ ਬਿਲਕੁਲ ਸਹੀ ਬਣਦਾ ਹੈ। ਤੋ ਇੱਥੇ ਆਪਣਾ ਗਲਤ ਕਿਹੜਾ ਹੋਊਗਾ ਫਿਰ, ਬੀ। ਧਿਆਨ ਨਾਲ ਦੇਖੋ ਇਹਦੇ ਵਿੱਚ ਕੀ ਲਿਖਿਆ ਹੋਇਆ, ਇਨ ਅ ਕਲੋਜ਼ ਟੈਸਟ ਪਾਰਟਿਸਿਪੈਂਟ ਇਜ਼ ਆਸਕਡ ਟੂ ਕੰਪਲੀਟ ਦਾ ਪੈਰਾਗ੍ਰਾਫ। ਇਹਦਾ ਲਾਈਨ ਦਾ ਮਤਲਬ ਇਹ ਹੋ ਗਿਆ ਜੀ ਕਿ ਬੱਚੇ ਜਾਂ ਕੈਂਡੀਡੇਟ ਜਾਂ ਪਾਰਟਿਸਪੈਂਟ ਨੂੰ ਕਿਹਾ ਜਾਂਦਾ ਹੈ ਕਿ ਤੂੰ ਪੈਰਾਗ੍ਰਾਫ ਪੂਰਾ ਕਰ। ਸੋ ਅਗਰ ਇਹਦੀ ਸੈਂਸ ਆਪਾਂ ਦੇਖੀਏ ਤਾਂ ਇਹ ਬਣਦੀ ਹੈ ਕਿ ਕਿਸੇ ਨੂੰ ਅੱਧਾ ਪੈਰਾਗ੍ਰਾਫ ਦਿੱਤਾ, ਅੱਧਾ ਪੈਰਾ ਦਿੱਤਾ, ਉਹਨੂੰ ਕਿਹਾ ਗਿਆ ਤੂੰ ਅੱਧਾ ਜਾਂ 60% 70% ਜਿੰਨਾ ਮਰਜ਼ੀ ਲਾ ਲਓ, ਕਿ ਉਹਨੂੰ ਮੰਨ ਲਓ ਅੱਧਾ ਪੈਰਾ ਦਿੱਤਾ ਗਾ, ਉਹਨੂੰ ਕਿਹਾ ਜਾ ਰਿਹਾ ਕਿ ਤੂੰ ਪੈਰੇ ਨੂੰ ਪੂਰੇ ਨੂੰ ਥੱਲੇ ਆਪ ਕੰਪਲੀਟ ਕਰ। ਸੋ ਪੈਰੇ ਨੂੰ ਤਾਂ ਕੰਪਲੀਟ ਨਹੀਂ ਕਰਨਾ ਹੁੰਦਾ ਜੀ, ਪੈਰਾ ਤਾਂ ਪੂਰਾ ਦਿੱਤਾ ਹੁੰਦਾ, ਵਿੱਚ ਖਾਲੀ ਥਾਵਾਂ ਦਿੱਤੀਆਂ ਹੁੰਦੀਆਂ ਉਹਨਾਂ ਨੂੰ ਕੰਪਲੀਟ ਕਰਨਾ ਹੁੰਦਾ। ਤਾਂ ਕਰਕੇ ਆਪਣਾ ਕਿਹੜਾ ਆਪਸ਼ਨ ਗਲਤ ਹੋ ਗਿਆ, ਕਲੋਜ਼ ਟੈਸਟ ਦੇ ਬਾਰੇ ਆਪਣਾ ਆਪਸ਼ਨ ਬੀ ਗਲਤ ਹੋ ਗਿਆ। ਸੋ ਆਪਣਾ ਰਾਈਟ ਆਂਸਰ ਕੀ ਆਊਗਾ ਜੀ, ਆਪਸ਼ਨ ਬੀ। ਸੋ ਹੋਪਫੁਲੀ ਤੁਹਾਨੂੰ ਕਲਾਸ ਸਮਝ ਆਈ ਹੋਊਗੀ। ਸੋ ਇਹ ਸੀ ਆਪਣੀ ਇੰਗਲਿਸ਼ ਪੈਡਾਗੋਜੀ ਦੀ 8ਵੀਂ ਕਲਾਸ। ਬਸ 2 ਵੀਡੀਓ ਹੋਰ, ਤੁਹਾਡਾ ਸਿਲੇਬਸ ਇੰਗਲਿਸ਼ ਪੈਡਾਗੋਜੀ ਦਾ ਮੇਨਲੀ, ਵੈਸੇ ਤਾਂ ਮੇਨ ਕੰਪਲੀਟ ਹੋ ਗਿਆ, ਬਟ ਬਹੁਤ ਹੱਦ ਤੱਕ ਜਿਹੜਾ ਤੁਹਾਡਾ ਸਿਲੇਬਸ ਹੈ ਉਹ ਕੰਪਲੀਟ ਹੋ ਹੀ ਜਾਊਗਾ 10 ਵੀਡੀਓ ਦੇ ਵਿੱਚ। ਉਸ ਤੋਂ ਬਾਅਦ MCQ ਦੀ ਆਪਾਂ ਬਹੁਤ ਜ਼ਿਆਦਾ ਪ੍ਰੈਕਟਿਸ ਕਰਾਂਗੇ, ਕਿਉਂਕਿ ਕਾਫੀ ਕੁਐਸਚਨ ਆਪਾਂ ਨੂੰ ਪਤਾ ਕਿ ਰਿਪੀਟ ਹੀ ਹੁੰਦੇ ਨੇ, ਰੈਪੀਟੀਸ਼ਨ ਹੁੰਦੀ ਹੈ। ਬਟ ਇੱਕ ਵਾਰ ਬੇਸਿਕ ਥਿਊਰੀ ਨੂੰ ਆਪਾਂ ਸਮਝ ਲਈਏ, ਜੋ ਕਿ ਆਪਾਂ 80% ਦੇ ਆਸ-ਪਾਸ, ਅਗਰ ਮੈਂ 10 ਵੀਡੀਓ ਕਹਿ ਰਿਹਾ ਇਹਦਾ ਮਤਲਬ ਤੁਹਾਡਾ ਇੰਗਲਿਸ਼ ਦਾ ਜੋ ਸਿਲੇਬਸ ਹੈ ਉਹ 80% ਦੇ ਆਸ-ਪਾਸ ਜਿਹੜਾ ਹੈਗਾ ਉਹ ਕੰਪਲੀਟ ਹੋ ਚੁੱਕਾ ਹੈ। ਸੋ ਦੈਟਸ ਆਲ ਫॉर ਟੁਡੇ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ।